फल पावहो, फिर भूख न लागै आए। आपे हर अपरंपर करता, हर आपे बोल बुलाए। सेई संत भले तुद भावै, तिन की पत पावह थाए। नानक आख ना राजै हर गुण, ज्यों आखै त्यों सुख पाए। भगत भंडार दिए हर अपने, गुण गाहक वणिज लै जाए। नानक आख ना राजै हर गुण, ज्यों आखै त्यों सुख पाए। भगत भंडार दिए हर अपने, गुण गाहक वणिज लै जाए। वाहिगुरु जी का खालसा, वाहिगुरु जी की फतेह। जुगो जुग अटल दसां पातशाहियां दे आत्म स्वरूप, धन धन शब्द गुरु श्री गुरु ग्रंथ साहिब जी सच्चे पातशाह। शब्द गुर पीरा गਹਿਰ ਗੰਭੀਰਾ सतगुरु जी दे पवित्र चरना कमलों विखे सुभाए मान। परम सन्मानयोग गुरु रूप गुरु सवारे खालसा साध संगत जी, ਵੱਡੇ ਭਾਗਾਂ ਦੇ ਨਾਲ ਸਤ ਸੰਗਤ ਦਾ ਮਹਾਨ ਅਵਸਰ ਪਿਆਰੇ ਸਤਿਗੁਰਾਂ ਨੇ ਸਾਨੂੰ ਗਰੀਬ ਕਲਯੁਗੀ ਜੀਵਾਂ ਨੂੰ ਬਖਸ਼ਿਆ। ਸਤ ਸੰਗਤ ਉਹ ਦਾਤ ਹੈ ਕਿ ਜਿਸ ਦਾਤ ਕਰਕੇ ਸਾਡੇ ਜੀਵਨ ਦੇ ਵਿੱਚ ਸੁੱਖ, ਮਨ ਕਰਕੇ ਸ਼ਾਂਤੀ, ਅੰਦਰ ਸਾਡੇ ਸੰਵੇਦਨਸ਼ੀਲਤਾ, ਸਾਡੇ ਅੰਦਰ ਨਿਰਮਾਈ ਦੇ ਇਨਸਾਨੀਅਤ ਦੇ ਗੁਣ ਜਿਹੜੇ ਉਹਨਾਂ ਦੀ ਸੰਭਾਲ ਹੁੰਦੀ ਹੈ। ਅਤੇ ਜਿਹੜੇ ਸਾਡੇ ਅੰਦਰ ਵਿਕਾਰ ਆਏ ਨੇ, ਜਿਹੜੇ ਸਾਡੇ ਅੰਦਰ ਸਾਧ ਸੰਗਤ ਜੀ ਅਵਗੁਣ ਆਏ ਨੇ, ਉਹਨਾਂ ਨੂੰ ਦੂਰ ਕਰਨ ਵਾਸਤੇ ਸਤਿਗੁਰੂ ਜੀ ਦੇ ਕੋਲੋਂ ਸਾਨੂੰ ਪ੍ਰੇਰਨਾ ਮਿਲਦੀ। ਬਿਲਕੁਲ ਇਵੇਂ ਹੀ ਜਿਵੇਂ ਆ ਗਰਮੀ ਦਾ ਮੌਸਮ ਹੈ ਅਤੇ ਏਸੀ ਚੱਲਦੇ ਨੇ ਘਰਾਂ ਵਿੱਚ। ਏਸੀ ਠੀਕ ਤਰ੍ਹਾਂ ਚੱਲੇ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਸਮੇਂ ਸਮੇਂ 'ਤੇ ਉਹਦੀ ਸਰਵਿਸ ਕਰਾਓ। ਗੱਡੀ, ਮੋਟਰਸਾਈਕਲ, ਕੋਈ ਵੀ ਚੀਜ਼ ਹੈ, ਉਹਦੀ ਸਰਵਿਸ, ਉਹਦਾ ਜਿਹੜਾ ਰੱਖ ਰਖਾਓ, ਉਹਦੀ ਸਾਫ ਸਫਾਈ ਸਮੇਂ ਨਾਲ ਹੋ। ਜੇ ਸਮੇਂ ਦੇ ਨਾਲ ਉਹਦਾ ਰੱਖ ਰਖਾਓ ਨਾ ਹੋਵੇ ਤਾਂ ਕੀ ਹੋਏਗਾ ਜੀ? ਹੌਲੀ ਹੌਲੀ ਉਹ ਮਸ਼ੀਨਰੀ ਬੇਕਾਰ ਹੋ ਜਾਏਗੀ, ਖਰਾਬ ਹੋ ਜਾਏਗੀ। ਇਵੇਂ ਸਾਡਾ ਮਨ ਹੈ। ਇਹ ਮਨ ਦੁਨੀਆਦਾਰੀ ਦੇ ਵਿੱਚ, ਸੰਸਾਰ ਦੇ ਵਿੱਚ ਵਿਚਰਦਿਆਂ ਨਿੱਤਾ ਪ੍ਰਤੀ ਅਵਗੁਣ ਇਕੱਠੇ ਕਰਦਾ ਰਹਿੰਦਾ ਹੈ। ਇਹ ਮੇਰਾ ਵੀ ਸੁਭਾਅ ਹੈ, ਇਹ ਜਿੰਨੇ ਆਪ ਜੁੜੇ ਹੋ ਆਪਣਾ ਸਾਰਿਆਂ ਦਾ ਸੁਭਾਅ ਹੈ। ਇਹ ਇਨਸਾਨ ਦੀ ਫਿਦਰਤ ਦੇ ਵਿੱਚ ਸਭ ਤੋਂ ਵੱਡਾ ਅਵਗੁਣ ਹੀ ਇਹ ਹੈ ਕਿ ਇਹ ਅਵਗੁਣਾਂ ਵਾਲੇ ਪਾਸੇ ਛੇਤੀ ਨਾਲ ਖਿੱਚਿਆ ਜਾਂਦਾ ਅਤੇ ਗੁਣਾਂ ਨੂੰ ਗ੍ਰਹਿਣ ਕਰਨ ਤੋਂ ਸੰਕੋਚ ਕਰਦਾ। ਜੇ ਆਪਾਂ ਗੁਰੂ ਦੇ ਦਰ 'ਤੇ ਆਵਾਂਗੇ ਅਤੇ ਇੱਥੇ ਆ ਕੇ ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਘਰ ਵਿੱਚ ਆਉਣ ਦੀ ਵਡਿਆਈ ਆਪਣੀਆਂ ਵਾਰਾਂ ਦੇ ਵਿੱਚ ਸਾਨੂੰ ਦੱਸੀ ਹੈ। ਆਖਣ ਲੱਗੇ, ਜਦੋਂ ਕੋਈ ਗੁਰੂ ਕਾ ਸਿੱਖ, ਗੁਰੂ ਕਾ ਪਿਆਰਾ ਕਿਸੇ ਨੂੰ ਪ੍ਰੇਰਨਾ ਦਿੰਦਾ ਹੈ ਕਿ ਆਓ ਆਪਾਂ ਸਤ ਸੰਗਤ ਵਿੱਚ ਚੱਲੀਏ, ਆਓ ਆਪਾਂ ਨਾਮ ਜਪੀਏ, ਬਾਣੀ ਪੜ੍ਹੀਏ, ਕੀਰਤਨ ਕਰੀਏ, ਸੁਣੀਏ, ਇਹ ਜਦੋਂ ਪ੍ਰੇਰਨਾ ਦੇ ਕੇ ਕੋਈ ਕਿਸੇ ਨੂੰ ਲਿਆਉਂਦਾ ਹੈ ਨਾ, ਅਤੇ ਜਿਹੜਾ ਸਿੱਖ ਅੰਦਰ ਆ ਗਿਆ, ਗੁਰੂ ਦੇ ਦਰਵਾਜ਼ੇ ਨੂੰ ਲੰਘ ਕੇ ਗੁਰੂ ਦੇ ਘਰ ਆ ਗਿਆ, ਉਹਦੇ ਵੱਡੇ ਭਾਗ ਜਾਗ ਪਏ। ਸਭ ਤੋਂ ਪਹਿਲਾਂ ਤਾਂ ਉਹਨੂੰ ਪੂਰੇ ਗੁਰੂ ਦੇ ਦਰਸ਼ਨ ਹੋ ਗਏ। ਫਿਰ ਉਹਨੇ ਸਤਿਗੁਰਾਂ ਦੇ ਚਰਨਾਂ ਕਮਲਾਂ 'ਤੇ ਆਪਣਾ ਮਸਤਕ ਰੱਖਿਆ ਅਤੇ ਗੁਰੂ ਦੇ ਦੁਆਲੇ ਪਰਿਕਰਮਾ ਕੀਤੀ। ਇਹ ਪਰਿਕਰਮਾ ਦਾ ਕਈ ਵਾਰ ਆਪਾਂ ਸੋਚਦੇ ਇਹਦਾ ਕੀ ਮਤਲਬ ਹੈ। ਅਸਲ ਉਹਦਾ ਮਤਲਬ ਇਹ ਹੈ ਕਿ ਸਤਿਗੁਰੂ ਮੇਰੇ ਜੀਵਨ ਦਾ ਕੇਂਦਰੀ ਧੁਰਾ ਹੋ ਤੁਸੀਂ,
ਤੇ ਮੇਰੇ ਜੀਵਨ ਦੇ ਵਿੱਚ ਜੋ ਕੁਝ ਵੀ ਹੋਵੇ ਉਹ ਤੁਹਾਡੇ ਹੁਕਮ ਤੁਹਾਡੀ ਆਗਿਆ ਅਨੁਸਾਰ ਹੋਵੇ। ਤੇ ਮੈਂ ਤੁਹਾਡੇ ਦੁਆਲੇ ਇਸੇ ਤਰ੍ਹਾਂ ਜਿਵੇਂ ਧਰਤੀ ਦੇ ਦੁਆਲੇ ਚੰਦਰਮਾ ਘੁੰਮਦਾ ਹੈ, ਜਿਵੇਂ ਸੂਰਜ ਦੇ ਦੁਆਲੇ ਧਰਤੀ ਘੁੰਮਦੀ ਹੈ, ਜਿਹਨੂੰ ਭਾਈ ਸਾਹਿਬ ਜੀ ਭਾਈ ਵੀਰ ਸਿੰਘ ਜੀ ਨੇ ਬੜੇ ਪਿਆਰੇ ਸ਼ਬਦਾਂ ਵਿੱਚ ਪਰੋ ਕੇ ਲਿਖ ਦਿੱਤਾ। ਕਹਿਣ ਲੱਗੇ ਤੁਸਾਂ ਬੰਨਿਆ ਨੇਮ ਵਾਹਿਗੁਰੂ ਨੇ, ਅਕਾਲ ਪੁਰਖ ਨੇ, ਤੁਸਾਂ ਬੰਨਿਆ ਨੇਮ, ਇਹ ਅਸਾਂ ਤਾਂ ਨਹੀਂ ਨਾ ਬਣਾ ਦਿੱਤਾ, ਇਹ ਤੁਸਾਂ ਬਣਾਇਆ ਹੈ। ਉਹ ਨੇਮ ਕੀ ਹੈ? ਕਹਿਣ ਲੱਗੇ ਵੱਡੇ ਖਿੱਚਣ ਛੋਟਿਆਂ। ਜਿਹੜੇ ਵੱਡੇ ਨੇ ਉਹ ਛੋਟਿਆਂ ਨੂੰ ਖਿੱਚ ਪਾ ਕੇ, ਤੇ ਵੱਡੇ ਦਾ ਮਤਲਬ ਮਾਲਕ ਵਾਲੇ ਪਾਸੇ ਤੋਂ, ਕਿ ਜਿਹਦੇ ਆਸਰੇ ਤੇ ਉਹਦਾ ਸੇਵਕ ਜਾਂ ਉਹਦਾ ਬੱਚਾ, ਜਿਵੇਂ ਮਾਂ ਬਾਪ ਉਹਨਾਂ ਦੇ ਬੱਚੇ ਨੇ। ਕਹਿਣ ਲੱਗੇ ਵੱਡੇ ਖਿੱਚਣ ਛੋਟਿਆਂ। ਤੇ ਉਦਾਹਰਨਾਂ ਕੀ ਦਿੰਦੇ ਨੇ? ਕਹਿਣ ਲੱਗੇ ਸੂਰਜ ਖਿੱਚੇ ਧਰਤ, ਧਰਤ ਫਿਰ ਚੰਦ ਨੂੰ, ਚੰਦ ਮਾਰਦਾ ਖਿੱਚ ਉਛਾਲੇ ਸਾਗਰਾਂ, ਖਿੱਚ ਆਪਣੀ ਵੱਲ ਖਿੱਚ ਸਭ ਤੋਂ ਵੱਡਿਆ, ਖਿੱਚ ਆਪਣੀ ਵੱਲ ਖਿੱਚ ਅਸਾਂ ਨੂੰ ਨਿੱਕਿਆ। ਜਿਵੇਂ ਧਰਤੀ ਸੂਰੇ ਦੇ ਦੁਆਲੇ ਪਰਿਕਰਮਾ ਕਰਦੀ ਹੈ, ਜੇ ਇਹ ਪਰਿਕਰਮਾ ਕਰਨੀਆਂ ਰੁਕ ਜਾਣ, ਬੰਦ ਹੋ ਜਾਣ ਤਾਂ ਕੀ ਹੋਏਗਾ? ਧਰਤੀ ਖਤਮ ਹੋ ਜਾਏਗੀ, ਧਰਤੀ ਨਹੀਂ ਰਹਿਣੀ। ਇਹ ਓਨਾ ਚਿਰ ਹੀ ਹੈ ਜਿੰਨਾ ਚਿਰ ਸੂਰਜ ਦੇ ਦੁਆਲੇ ਪਰਿਕਰਮਾ ਕਰੇਗੀ। ਤੇ ਜੇ ਚੰਦਰਮਾ ਧਰਤੀ ਦੇ ਦੁਆਲੇ ਪਰਿਕਰਮਾ ਕਰਦਾ ਕਰਦਾ ਰੁਕ ਜਾਵੇ ਨਾ, ਤਾਂ ਖਾਲਸਾ ਜੀ ਰਹਿਣਾ ਚੰਦਰਮਾ ਨੇ ਵੀ ਨਹੀਂ ਤੇ ਰਹਿਣਾ ਧਰਤੀ ਨੇ ਵੀ ਨਹੀਂ, ਸਭ ਕੁਝ ਬਰਬਾਦ ਹੋ ਜਾਏਗਾ। ਵਿਗਿਆਨ ਦਾ ਯੁੱਗ ਹੈ, ਆਪ ਪੜ੍ਹੇ ਲਿਖੇ ਸਿਆਣੇ ਹੋ। ਇਸੇ ਤਰ੍ਹਾਂ ਅਸੀਂ ਜਿੰਨਾ ਚਿਰ ਆਪਣੇ ਜੀਵਨ ਦਾ ਕੇਂਦਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨ ਕੇ ਪਰਿਕਰਮਾ ਕਰਦੇ ਹਾਂ, ਸਰੀਰ ਕਰਕੇ ਵੀ ਤੇ ਮਨ ਕਰਕੇ ਵੀ, ਉਹਨਾਂ ਚਿਰ ਆਪਾਂ ਆਪਣੇ ਜੀਵਨ ਦੇ ਵਿੱਚ ਆਨੰਦ, ਖੁਸ਼ੀ, ਖੇੜੇ ਤੇ ਤਰੱਕੀ ਦੇ ਨਾਲ ਰਵਾਂਗੇ। ਤੇ ਜਿਸ ਦਿਨ ਅਸੀਂ ਗੁਰੂ ਦੇ ਦੁਆਲੇ ਪਰਿਕਰਮਾ ਕਰਨੋਂ ਮਨ ਕਰਕੇ ਸਰੀਰ ਕਰਕੇ ਹਟ ਗਏ, ਸਰੀਰ ਕਰਕੇ ਭਾਵੇਂ ਕਰਦੇ ਰਹੀਏ ਤੇ ਮਨ ਕਰਕੇ ਹਟ ਜਾਈਏ, ਖਾਲਸਾ ਜੀ ਇਹ ਕਿਸੇ ਨੂੰ ਦੱਸਣ ਪੁੱਛਣ ਵਾਲੀ ਗੱਲ ਨਹੀਂ ਹੈ। ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜਿੱਦਣ ਗੁਰੂ ਨਾਲੋਂ ਬੰਦਾ ਟੁੱਟ ਕੇ ਆਪਣਾ ਆਪਾ ਸਿਆਣਾ ਸਮਝ ਬੈਂਦਾ ਨਾ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਉਸ ਦਿਨ ਫਿਰ ਹਾਲ ਇਹ ਹੋ ਜਾਂਦੀ ਹੈ ਕਿ ਉਹ ਅੰਦਰੋਂ ਬਾਹਰੋਂ ਦੁਖੀ ਹੋ ਜਾਂਦਾ ਤੇ ਉਹਦਾ ਜੀਵਨ ਰੋਣਾ ਧੋਣਾ ਰਹਿ ਜਾਂਦਾ। ਉਹਦੇ ਜੀਵਨ ਦੇ ਵਿੱਚ ਫਿਰ ਉਹ ਨਾਨਕ ਭਗਤਾਂ ਸਦਾ ਵਿਗਾਸ, ਉਹ ਵਿਗਾਸ ਨਹੀਂ ਰਹਿੰਦਾ, ਰੋਣਾ ਧੋਣਾ ਹੀ ਰਹਿ ਜਾਏਗਾ ਫਿਰ। ਇਸ ਕਰਕੇ ਖਾਲਸਾ ਜੀ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ਪਰਿਕਰਮਾ ਕਰਨੀਆਂ। ਅਲਾਮਾ ਇਕਬਾਲ ਨੇ ਇੱਕ ਬੜਾ ਵਧੀਆ ਸ਼ੇਰ ਲਿਖਿਆ, ਉਹ ਕਹਿੰਦਾ ਕੌਮੋਂ ਕੇ लिए मौत है मरकज से जुदाई, हो साहिबे मरकज तो खुद ही क्या है खुदाई। ਇਹ ਸ਼ੇਰ ਮੈਂ ਤਾਂ ਅਰਜ਼ ਕੀਤਾ ਹੈ। ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਇੱਕ ਬੜਾ ਪਿਆਰਾ ਬਚਨ ਭਾਈ ਰਤਨ ਸਿੰਘ ਜੀ ਭੰਗੂ ਨੇ ਲਿਖਿਆ। ਉਹ ਕਹਿਣ ਲੱਗੇ ਖਾਲਸਾ ਹੋਵੇ ਖੁਦ ਖੁਦਾ। ਕਹਿਣ ਲੱਗੇ ਜਿਹੜਾ ਖਾਲਸਾ ਹੈ ਨਾ, ਪਈਆਂ ਕਕਾਰਾਂ ਦੀ ਰਹਿਤ ਵਿੱਚ ਪੂਰਾ ਹੋਵੇ, ਚਾਰ ਬੱਜਰ ਕਰੈਤਾਂ ਤੋਂ ਦੂਰ ਹੋਵੇ ਤੇ ਗੁਰੂ ਦੀ ਭੈ ਭਾਵਨੀ ਵਿੱਚ, ਗੁਰੂ ਦੇ ਭਰੋਸੇ ਵਿੱਚ ਜੀਵੇ। ਕਹਿਣ ਲੱਗੇ ਫਿਰ ਇਹਦੇ ਚਰਨਾਂ ਤੇ ਮੱਥਾ ਟੇਕ ਲਿਆ ਕਰ, ਬਾਹਰ ਕੋ ਰੱਬ ਲੱਭਣ ਨਾ ਜਾਈ, ਇਹੋ ਹੀ ਰੱਬ ਹੈ। ਖਾਲਸਾ ਹੋਵੇ ਖੁਦ ਖੁਦਾ, ਜਿਮ ਖੂਬੀ ਖੂਬ ਖੁਦਾਏ, ਆਨ ਨਾ ਮਾਨੈ ਆਨ ਕੀ ਬਿਨ ਏਕ ਸੱਚੇ ਪਾਤਸ਼ਾਹ। ਇੱਕ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਉਹ ਕਿਸੇ ਦੂਜੇ ਦੀ ਆਣ, ਕਿਸੇ ਦੀ ਕਨ ਕਰੋੜ ਮੰਨਦਾ ਹੀ ਨਹੀਂ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨਾਂ ਦੇ ਵਿੱਚ ਇਹ ਪੌੜੀ ਹੈ। ਕਹਿਣ ਲੱਗੇ ਗੁਰਮੁਖ ਜਨਮ ਸਕਾਰ ਥਾ, ਗੁਰਸਿੱਖ ਮਿਲ ਗੁਰ ਸਰਣੀ ਆਇਆ, ਆਦ ਪੁਰਖ ਆਦੇਸ ਕਰ, ਸਫਲ ਮੂਰਤ ਗੁਰ ਦਰਸ਼ਨ ਪਾਇਆ। ਪਰ ਦਖਣਾ ਦਾ ਮਤਲਬ ਪਰਿਕਰਮਾ, ਪਰ ਦਖਣਾ ਡੰਡੌਤ ਕਰ, ਮਸਤਕ ਚਰਨ ਕਮਲ ਗੁਰ ਲਾਇਆ, ਸਤਿਗੁਰ ਪੁਰਖ ਦਇਆਲ ਹੋਏ, ਵਾਹਿਗੁਰੂ ਸੱਚ ਮੰਤਰ ਸੁਣਾਇਆ। ਗੁਰੂ ਕੀ ਦਿੰਦਾ ਹੈ? ਸਤਿਗੁਰੂ ਸਾਨੂੰ ਵਾਹਿਗੁਰੂ ਗੁਰਮੰਤਰ ਬਖਸ਼ਦੇ ਨੇ ਤੇ ਉਹ ਗੁਰਮੰਤਰ ਜਪਣਾ ਹੈ। ਜਦੋਂ ਗੁਰਮੰਤਰ ਦੀ ਦਾਤ ਮਿਲੀ ਆ ਨਾ, ਹੁਣ ਅਗਲਾ ਪ੍ਰੋਸੈਸ ਹੈ। ਆਪਾਂ ਕੋਈ ਵੀ ਕੰਮ ਕਰੀਏ ਉਹਦਾ ਕੋਈ ਨਾ ਕੋਈ ਨਤੀਜਾ ਨਿਕਲਦਾ। ਸਾਧ ਸੰਗਤ ਜੀ, ਮਹਾਰਾਜ ਨੇ ਉਦਾਹਰਣ ਦੇ ਕੇ ਕਿਹਾ ਹੈ ਕਿ ਜਿਵੇਂ ਮਾਈਆਂ ਦੁੱਧ ਨੂੰ ਜਾਗ ਲਾਉਂਦੀਆਂ ਨੇ, ਦਹੀਂ ਬਣ ਜਾਂਦਾ ਹੈ, ਉਹਦੇ ਵਿੱਚ ਮਧਾਣੀ ਪਾ ਕੇ ਉਹਨੂੰ ਰਿੜਕਦੀਆਂ ਨੇ,
ਸਾਧ ਸੰਗਤ ਜੀ, ਉਹਨੂੰ ਰਿੜਕਣ ਦੇ ਨਾਲ ਕੀ ਹੁੰਦਾ ਹੈ, ਉਹਦੇ ਵਿੱਚੋਂ ਮੱਖਣ ਨਿਕਲ ਆਉਂਦਾ, ਤਤ ਸਾਰ। ਤੇ ਹਜੂਰ ਨੇ ਆਖਿਆ, ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਹਜੂਰ ਨੇ ਸਾਨੂੰ ਨਾਮ ਦਿੱਤਾ ਤੇ ਆਖਿਆ ਇਹ ਵੀ ਇੱਕ ਰਿੜਕਾ ਹੈ, ਇਹਨੂੰ ਰਿੜਕ। ਤੇ ਰਿੜਕਣਾ ਕਿਵੇਂ ਹੈ? ਰਸਨਾ ਜਪੀਐ ਏਕ ਨਾਮ, ਰਸਨਾ ਗੁਣ ਗੋਪਾਲ ਨਿਧ ਗਾਇਨ ਜੀਭਾ ਨਾਲ। ਹੁਣ ਅਸੀਂ ਕਈ ਵਾਰਾਂ ਸਮਝ ਲੈਨੇ ਆ ਇਹ ਜੀ ਉੱਚੀ ਉੱਚੀ ਵਾਹਿਗੁਰੂ ਜਪਣਾ ਤੋਤਾ ਰਟਣੀ। ਪਾਤਸ਼ਾਹ ਜੀ ਨੇ ਸਾਨੂੰ ਇਹ ਦੱਸਿਆ ਹੋਇਆ ਵੀ ਤੋਤਾ ਰਟਣੀ ਕੀ ਹੈ। ਜਦੋਂ ਕਬੀਰ ਜੀ ਦੇ ਬਚਨ ਪੜ੍ਹਦੇ ਆ ਤੇ ਬਾਬਾ ਜੀ ਮੁਨਾਰੇ ਤੇ ਚੜੇ ਮੁੱਲੇ ਵੱਲ ਵੇਖ ਕੇ ਕਹਿੰਦੇ ਨੇ, ਮੁੱਲਾ ਜੀ ਆਵਾਜ਼ਾਂ ਕਿਹਨੂੰ ਮਾਰਦੇ? ਤੇ ਮੁੱਲਾ ਕਹਿੰਦਾ, ਜੀ ਮੈਂ ਅੱਲਾ ਨੂੰ ਆਵਾਜ਼ਾਂ ਮਾਰਦਾ। ਤਾਂ ਭਗਤ ਜੀ ਨੇ ਆਖ ਦਿੱਤਾ, ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੈ, ਸਾਈਂ ਨਾ ਬਹਿਰਾ ਹੋਏ, ਇਹ ਤੋਤਾ ਰਟਣੀ ਹੈ। ਉਹ ਕਹਿੰਦੇ ਤੂੰ ਆਪਣੇ ਆਪ ਨੂੰ ਤੇ ਸੁਣਾਉਂਦਾ ਹੀ ਨਹੀਂ, ਲੋਕਾਂ ਨੂੰ ਸੁਣਾਈ ਜਾਂਦਾ, ਇਹ ਤੋਤਾ ਰਟਣੀ। ਮੁੱਲਾ ਮੁਨਾਰੇ ਕਿਆ ਚੜ੍ਹੈ, ਸਾਈ ਨਾ ਬਹਿਰਾ ਹੋਏ, ਜਾ ਕਾਰਨ ਤੂੰ ਬਾਗ ਦੇ ਘਟ ਹੀ ਭੀਤਰ ਸੋਏ, ਉਹ ਤੇਰੇ ਅੰਦਰ ਬੈਠਾ। ਤੇ ਜੇ ਕੋਈ ਮੇਰੇ ਵਰਗਾ ਭੇਖੀ ਦਸਤਾਰ ਬੰਨੀ ਹੋਈ ਹੈ, ਚਿੱਟੇ ਰੰਗ ਦਾ, ਗਲ ਵਿੱਚ ਕੱਪੜਾ ਵੀ ਉਹ ਇਸ ਤਰ੍ਹਾਂ ਦਾ ਲਿਬਾਸ ਚੋਲਾ ਬਣਾ ਕੇ ਪਹਿਨ ਲਿਆ, ਹੱਥ ਵਿੱਚ ਮਾਲਾ ਫੜ ਲੈ, ਜਦੋਂ ਕੋਈ ਸਾਹਮਣੇ ਵੇਖਦਾ ਹੋਵੇ ਤੇ ਮਣਕੇ ਤੇ ਮਣਕਾ ਤੇ ਬੁੱਲ ਹਿੱਲੀ ਜਾਣ, ਤੇ ਜਦੋਂ ਕੋਈ ਨਾ ਵੇਖੇ ਉਦੋਂ ਕਿੱਥੇ ਗਈ ਮਾਲਾ ਤੇ ਕਿੱਥੇ ਗਿਆ ਜਪਣਾ। ਵਿਖਾਵੇ ਲਈ ਹੋਵੇ ਤੇ ਉਹ ਤੋਤਾ ਰਟਣੀ। ਮੇਰੇ ਹਜੂਰ ਕਹਿੰਦੇ ਨੇ, ਜਿੱਦਣ ਆਪਣੇ ਅੰਦਰ ਆਵਾਜ਼ਾਂ ਮਾਰਨੀਆਂ ਨੇ ਨਾ, ਉਹ ਤੈਨੂੰ ਕੋ ਲੱਖ ਮਿਹਣੇ ਮਾਰੀ ਜਾਵੇ, ਵੇਖ ਪਖੰਡੀ, ਵੇਖ ਕੀ ਕਰਦਾ ਪਿਆ ਹੈ, ਲੋਕਾਂ ਨੂੰ ਵਿਖਾਉਂਦਾ। ਕਹਿੰਦੇ ਕਈ ਜਾਣਦੇ, ਨਿੰਦਾ ਹੋਈ ਜਾਣਦੇ, ਪਰ ਆਪਣੇ ਅੰਦਰੋਂ ਉਹਨੂੰ ਆਵਾਜ਼ਾਂ ਮਾਰਨੀਆਂ ਬੰਦ ਨਾ ਕਰੀ। ਇਹ ਵੀ ਕਬੀਰ ਜੀ ਦਾ ਹੀ ਬਚਨ ਹੈ, ਸ਼ਲੋਕਾਂ ਦੇ ਵਿੱਚ ਹੀ ਹੈ। ਕਹਿਣ ਲੱਗੇ, ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਆਸਾਰ, ਰਾਤ ਦਿਵਸ ਕੈ ਕੂਕਨੈ, ਕਬੂ ਕੈ ਸੁਨੈ ਪੁਕਾਰ। ਜੇ ਅੰਦਰ ਆਵਾਜ਼ਾਂ ਮਾਰਦਾ ਤੇ ਕਦੇ ਚੁੱਪ ਨਾ ਕਰੀ, ਆਵਾਜ਼ਾਂ ਮਾਰੀ ਜਾਈ। ਤੇ ਜੇ ਬਾਹਰ ਮਾਰਦਾ ਤੇ ਫਿਰ ਕਹਿ ਦਿੱਤਾ ਵੀ ਇਹ ਤੋਤਾ ਰਟਣੀ ਹੈ। ਜਦੋਂ ਵਾਹਿਗੁਰੂ ਜਪਣਾ ਹੈ ਨਾ, ਇਹ ਤੋਤਾ ਰਟਣੀ ਬਣਦਾ ਹੈ ਉਦੋਂ ਜਦੋਂ ਵਿਖਾਵੇ ਖਾਤਰ ਜਪਿਆ ਜਾਵੇ। ਤੇ ਜੇ ਵਾਕਿਆ ਭਰੋਸਾ ਕਰਕੇ ਜਪਿਆ ਜਾਵੇ ਤਾਂ ਇਹ ਤੋਤਾ ਰਟਣੀ ਬਿਲਕੁਲ ਨਹੀਂ ਹੈ। ਫਿਰ ਖਾਲਸਾ ਜੀ, ਇਹਦੇ ਨਾਲੋਂ ਪਵਿੱਤਰ ਚੀਜ਼ ਹੀ ਸੰਸਾਰ ਵਿੱਚ ਕੋਈ ਨਹੀਂ, ਸਭ ਤੋਂ ਪਵਿੱਤਰ ਚੀਜ਼ ਇਹ। ਸੋ ਗੁਰਮੁਖ ਪਿਆਰਿਓ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਖ ਦਿੱਤਾ, ਕਹਿਣ ਲੱਗੇ, ਸਤਿਗੁਰ ਪੁਰਖ ਦਇਆਲ ਹੋਏ। ਅਸੀਂ ਕੀ ਸਮਝਦੇ ਹਾਂ? ਗਿਆਨੀ ਮਸਕੀਨ ਜੀ ਬੜੇ ਪਿਆਰੇ ਉਹਨਾਂ ਦੇ ਬੋਲ ਮੈਨੂੰ ਯਾਦ ਆਏ। ਉਹ ਕਹਿਣ ਲੱਗੇ ਕਿ ਆਪਾਂ ਗੁਰੂ ਦੇ ਕੋਲੋਂ ਆ ਕੇ ਉਵੇਂ ਹੀ ਮੰਗਦੇ ਹਾਂ ਜਿਵੇਂ ਛੋਟਾ ਬੱਚਾ ਆਪਣੇ ਮਾਤਾ ਪਿਤਾ ਕੋਲੋਂ ਮੰਗਦਾ ਹੈ। ਆਪਾਂ ਸਮਝਦੇ ਗੁਰੂ ਦੇ ਕੋਲ ਆਈਏ, ਮੱਥਾ ਟੇਕੀਏ, ਕਾਰ ਮਿਲਦੀ ਹੈ। ਆਪਾਂ ਸਮਝਦੇ ਹਾਂ ਗੁਰੂ ਦੇ ਕੋਲ ਆਈਏ, ਮੱਥਾ ਟੇਕੀਏ, ਕੋਠੀ ਮਿਲ ਜਾਂਦੀ ਹੈ। ਇੱਥੇ ਆਈਏ ਇਲੈਕਸ਼ਨ ਜਿੱਤ ਜਾਈਦਾ ਹੈ, ਇੱਥੇ ਆਈਏ ਅਮਰੀਕਾ ਦਾ ਵੀਜ਼ਾ ਲੱਗ ਜਾਂਦਾ ਹੈ। ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਨੇ ਕਿਤੇ ਨਹੀਂ ਲਿਖਿਆ ਵੀ ਆਹ ਚੀਜ਼ਾਂ ਗੁਰੂ ਦਿੰਦਾ ਤਰੁੱਠ ਕੇ। ਹਾਂ, ਇਹ ਚੀਜ਼ਾਂ ਮਿਲਦੀਆਂ ਨੇ। ਮੇਰੀਆਂ ਮਾਵਾਂ, ਮੇਰੀਆਂ ਭੈਣਾਂ, ਆਪ ਜੁੜੇ ਹੋ, ਸੇਵਾ ਕਰਦੇ ਹੋ ਨਾ ਝਾੜੂ ਦੀ, ਜਦੋਂ ਝਾੜੂ ਦੀ ਸੇਵਾ ਕਰਦੇ ਜੇ, ਇਹ ਗੁਰਮੁਖਾਂ ਦੇ ਬਚਨ ਨੇ ਜਿਨ੍ਹਾਂ ਨੇ ਜੀਵਨ ਦੇ ਵਿੱਚ ਬਹੁਤ ਅਨੁਭਵ ਹੰਢਾਇਆ ਹੈ। ਤੇ ਉਹਨਾਂ ਗੁਰਮੁਖਾਂ ਦੇ ਪਵਿੱਤਰ ਬਚਨ ਜਿਹੜੇ ਮੈਂ ਸੁਣੇ, ਤਜਰਬਾ ਉਹਨਾਂ ਦਾ, ਹੋ ਸਕਦਾ ਤੁਹਾਡੇ ਵਿੱਚੋਂ ਕਿੰਨਿਆਂ ਦਾ ਇਹ ਤਜਰਬਾ ਹੋਵੇਗਾ। ਉਹ ਕਹਿਣ ਲੱਗੇ ਕਿ ਆਹ ਜਿਹੜੀਆਂ ਚੀਜ਼ਾਂ ਗੁਰੂ ਕੋਲੋਂ ਮੰਗ ਕੇ ਵਕਤ ਬਰਬਾਦ ਕਰਦੇ ਆ ਨਾ ਅਸੀਂ ਆਪਣਾ, ਇਹ ਚੀਜ਼ਾਂ ਪਤਾ ਗੁਰੂ ਘਰੋਂ ਕਿੱਥੋਂ ਮਿਲਦੀਆਂ ਨੇ, ਕਿਹੜੇ ਕੋਨੇ ਚੋਂ? ਇੱਥੇ ਖਲੋ ਕੇ ਨਹੀਂ ਮਿਲਦੀਆਂ ਇਹ ਚੀਜ਼ਾਂ। ਕਹਿਣ ਲੱਗੇ, ਜਦੋਂ ਝਾੜੂ ਲਾਈਦਾ ਨਾ ਤੇ ਉਹ ਦਰਵਾਜ਼ੇ ਦੇ ਬਾਹਰ ਜਦੋਂ ਤੁਸੀਂ ਉਹ ਸੰਗਤਾਂ ਦੀ ਚਰਨ ਧੂੜ, ਆਪਾਂ ਘੱਟਾ ਮਿੱਟੀ ਕਹਿ ਦਿੰਦੇ ਆ ਨਾ, ਸੰਗਤਾਂ ਦੀ ਚਰਨ ਧੂੜ ਜਦੋਂ ਉਹ ਬਾਹਰ ਲੱਗਦੇ ਆ ਕੱਢਣ, ਕਹਿਣ ਲੱਗੇ ਸੱਚ ਇਹ ਹੈ ਕਿ ਅਮਰੀਕਾ ਦੇ ਵੀਜ਼ੇ ਤੇ ਵੱਡੀਆਂ ਵੱਡੀਆਂ ਇਲੈਕਸ਼ਨਾਂ ਜਿੱਤਣ ਤੋਂ ਲੈ ਕੇ ਕਾਰੋਬਾਰ, ਤੰਦਰੁਸਤੀਆਂ, ਪੁੱਤਰ ਧੀਆਂ, ਕਾਰਾਂ, ਕੋਠੀਆਂ, ਸਾਰਾ ਕੁਝ ਸੰਗਤਾਂ ਦੀ ਉਸ ਚਰਨ ਧੂੜ ਦੇ ਵਿੱਚੋਂ ਹੀ ਮਿਲ ਜਾਂਦਾ ਜੇ। ਇਹ ਜੋ ਕੁਝ ਅਸੀਂ ਮੰਗਦੇ ਹਾਂ ਇਹ ਚਰਨ ਧੂੜ ਦੇ ਵਿੱਚੋਂ ਮਿਲ ਜਾਂਦਾ। ਕਹਿਣ ਲੱਗੇ ਇੱਥੇ ਖਲੋ ਕੇ ਨਾ, ਇੱਥੇ ਖਲੋ ਕੇ ਏਡੇ ਵੱਡੇ ਪਾਤਸ਼ਾਹ ਦੇ ਕੋਲੋਂ ਆ ਖਿਡੌਣੇ ਨਾ ਮੰਗੀਏ। ਸੱਚ ਇਹ ਜੇ, ਜਦੋਂ ਅਨੁਭਵ ਦੀਆਂ ਅੱਖਾਂ ਖੁੱਲਣਗੀਆਂ ਸਾਨੂੰ ਸ਼ਰਮ ਆਵੇਗੀ, ਮੈਂ ਏਡੇ ਵੱਡੇ ਦਾਤੇ ਦੇ ਕੋਲੋਂ ਖਿਡੌਣੇ ਹੀ ਮੰਗਦਾ ਰਿਹਾ। ਅਜੇ ਖੁੱਲੀਆਂ ਨਹੀਂ, ਮੈਨੂੰ ਮਾਫ ਕਰਨਾ, ਮੇਰੀਆਂ ਵੀ ਨਹੀਂ ਖੁੱਲੀਆਂ।
ਜਿੱਦਣ ਖੁੱਲ ਜਾਣਗੀਆਂ ਉਦਣ ਅਨੁਭਵ ਹੋਏਗਾ ਤੇ ਰੋਵਾਂਗੇ। ਇੱਥੇ ਖਲੋ ਕੇ ਸਾਹਮਣੇ ਰੋ ਕੇ ਕਵਾਂਗੇ, ਪਾਤਸ਼ਾਹ ਸਾਨੂੰ ਬਖਸ਼ ਲਿਓ, ਏਡੇ ਵੱਡੇ ਖਜ਼ਾਨਿਆਂ ਦੇ ਮਾਲਕ, ਤੇ ਮੈਂ ਤੁਹਾਡੇ ਕੋਲੋਂ ਕੀ ਮੰਗਦਾ ਰਿਹਾ ਐਵੇਂ ਖੜਾਉਣੇ। ਉਦਾਹਰਣ ਬੜੀ ਪਿਆਰੀ ਦਿੱਤੀ ਗਿਆਨੀ ਮਸਕੀਨ ਜੀ ਦਾ, ਮੈਂ ਬਚਨ ਤੁਹਾਡੇ ਨਾਲ ਸਾਂਝਾ ਕਰਨ ਲੱਗਾ। ਕਹਿਣ ਲੱਗੇ, ਨਿੱਕਾ ਜਿਹਾ ਬਾਲਕ ਹੈ 2 ਸਾਲ ਦਾ, ਉਹਨੇ ਬੋਲਣਾ ਸਿੱਖਿਆ ਹੈ ਅਜੇ 2-2.5 ਸਾਲ ਦਾ, ਤੇ ਉਹਨੇ ਤੋਤਲੇ ਜੇ ਬੋਲਾਂ ਦੇ ਵਿੱਚ ਆਪਣੇ ਪਿਓ ਨੂੰ ਆ ਕੇ ਕਿਹਾ ਕਾਰ, ਤੇ ਪਿਓ ਸਮਝ ਗਿਆ ਵੀ ਇਹ ਖਿਡੌਣਾ ਮੰਗਦਾ ਹੈ। ਕਾਰ ਉਹਦਾ ਮਤਲਬ ਹੈ 50 ਰੁਪਏ 100 ਰੁਪਏ ਮੇਰੇ ਖਰਚਾ ਹੋਵੇਗਾ, ਇਹ ਮਤਲਬ ਹੈ ਨਾ ਉਹਦਾ। ਉਹਨੇ 100 ਰੁਪਏ ਦੀ ਕਾਰ ਲੈ ਦਿੱਤੀ। ਹੁਣ ਉਹ ਬੱਚਾ 8-7 ਸਾਲਾਂ ਦਾ ਹੋ ਗਿਆ। ਉਹਨੇ ਇੱਕ ਵਾਰ ਫਿਰ ਪਿਓ ਨੂੰ ਆ ਕੇ ਕਿਹਾ ਮੈਂ ਕਾਰ ਲੈਣੀ ਹੈ, ਤੇ ਪਿਓ ਨੂੰ ਜ਼ਿਆਦਾ ਸੋਚਣ ਦੀ ਲੋੜ ਤੇ ਨਹੀਂ ਨਾ ਵੀ ਇਹਨੇ ਕਿਹੜੀ ਕਾਰ ਲੈਣੀ ਹੈ। ਉਹਨੂੰ ਪਤਾ ਹੁਣ ਇਹਨੇ ਮੇਰਾ 500 700 1000 ਰੁਪਈਆ ਖਰਚਾ ਕਰਵਾਉਣਾ ਹੈ। ਉਹੀ ਬੱਚਾ ਹੁਣ 20 ਸਾਲਾਂ ਦਾ ਹੋ ਗਿਆ, ਤੇ 20 ਸਾਲਾਂ ਦਾ ਹੋ ਕੇ ਪਿਓ ਨੂੰ ਆ ਕੇ ਕਹਿੰਦਾ ਹੈ ਕਿ ਪਿਤਾ ਜੀ ਕਾਰ ਲੈਣੀ ਹੈ। ਤੇ ਹੁਣ ਪਿਓ ਦਾ 1000 ਰੁਪਈਏ ਨਾਲ ਨਹੀਂ ਸਰਨਾ। ਪਿਓ ਨੂੰ ਪਤਾ ਹੈ ਵੀ ਹੁਣ ਇਹਨੇ ਮੇਰੇ ਕੋਲੋਂ ਕੋਈ 5-10 ਲੱਖ ਕਢਾਉਣਾ ਹੈ। ਪਿਓ ਨੂੰ ਪਤਾ ਲੱਗ ਗਿਆ। 2 ਸਾਲ ਦੇ ਬੱਚੇ ਨੇ ਕਾਰ ਮੰਗੀ, 100 ਰੁਪਈਏ ਵਿੱਚ ਸਰ ਗਿਆ। 10 ਸਾਲਾਂ ਦੇ ਨੇ ਮੰਗੀ, 500 1000 2000 ਚ ਸਰ ਗਿਆ। ਜਿੱਦਣ 20 ਸਾਲਾਂ ਦੇ ਨੇ ਮੰਗੀ, ਉਦਣ ਪਿਓ ਨੇ 1000 ਰੁਪਈਆ ਕੱਢ ਕੇ ਤੇ ਨਹੀਂ ਨਾ ਦੇ ਦਿੱਤਾ ਵੀ ਇਹਦੀ ਆ ਜਾਏਗੀ। ਪਿਓ ਨੂੰ ਪਤਾ ਹੈ ਚੰਗੀ ਤਰ੍ਹਾਂ ਹੁਣੇ ਕਿਹੜੀ ਕਾਰ ਮੰਗਦਾ ਹੈ। ਤੇ ਖਾਲਸਾ ਜੀ, ਜਦੋਂ ਆਪਾਂ ਸਤਿਗੁਰਾਂ ਦੇ ਸਾਹਮਣੇ ਆ ਕੇ ਮੰਗਦੇ ਹਾਂ, ਮੈਨੂੰ ਖਿਮਾ ਕਰਨਾ, ਆਪਾਂ ਭਾਵੇਂ ਪੂਰੇ ਸੀਰੀਅਸ ਹੁੰਨੇ ਆ ਕਿ ਬਾਬਾ ਜੀ ਮੈਨੂੰ ਕਾਰ ਚਾਹੀਦੀ ਹੈ, ਪਰ ਬਾਬਾ ਜੀ ਮੁਸਕਰਾਉਂਦੇ ਨੇ ਵੀ ਏਡਾ ਵੱਡਾ ਹੋ ਗਿਆ ਤੇ ਖਿਡੌਣੇ ਮੰਗੀ ਜਾਣਾ, ਅਜੇ ਵੀ ਖਿਡੌਣਾ। ਛੋਟਾ ਜਿਹਾ ਬੱਚਾ ਮੇਲੇ ਵਿੱਚ ਗਿਆ, ਛੋਟੀ ਜੀ ਬੱਚੀ ਗਈ, ਉਹਨੇ ਆਪਣੀ ਮਾਂ ਦੇ ਕੋਲੋਂ ਪਿਓ ਕੋਲੋਂ ਪੈਸੇ ਮੰਗ ਲਏ। ਕਾਹਦੇ ਲਈ ਪੁੱਤਰ? ਆਖਣ ਲੱਗੇ ਕਿ ਮੈਂ ਉਹ ਗੁੱਡਾ ਲੈਣਾ ਹੈ, ਗੁੜੀਆ ਲੈਣੀ ਹੈ, ਡੋਲ। ਆਪਣੇ ਬੱਚੇ ਮੰਗਦੇ ਨੇ ਨਾ, ਆਪਾਂ ਲੈ ਕੇ ਵੀ ਦਿੰਨੇ ਆ। ਕਹਿਣ ਲੱਗੇ ਉਹ ਹੁਣ ਵੱਡਾ ਹੋ ਗਿਆ, ਵਿਆਹ ਹੋ ਗਿਆ, ਤੇ ਗੁਰੂ ਦੇ ਦਰ ਤੇ ਆ ਕੇ ਉਹਨੇ ਫਿਰ ਗੁੱਡਾ ਹੀ ਮੰਗ ਲਿਆ। ਮਹਾਰਾਜ ਪੁੱਤਰ ਦੀ ਦਾਤ ਦਿਓ, ਮੰਗਣਾ ਹੈ, ਹਰਜ ਕੋਈ ਨਹੀਂ ਹੈ। ਪਰ ਸੱਚ ਇਹ ਹੈ ਕਿ ਨਿੱਕਾ ਹੁੰਦਾ ਪਲਾਸਟਿਕ ਦੇ ਮੰਗਦਾ ਸੀ, ਤੇ ਵੱਡਾ ਹੋ ਕੇ ਮਾਸ ਦਾ ਜਿਉਂਦਾ ਜਾਗਦਾ। ਪਰ ਸੱਚੀ ਗੱਲ ਇਹ ਹੈ ਕਿ ਹੈ ਅਜੇ ਵੀ ਖਿਡੌਣਾ। ਜਦੋਂ ਨਿੱਕਾ ਜਿਹਾ ਸੀ ਤੇ ਪੈਰ ਦੇ ਉੱਤੇ ਰੇਤਾ ਥੱਪ ਕੇ ਤੇ ਕਹਿੰਦਾ ਸੀ ਆਓ ਵੇਖੋ ਮੇਰਾ ਘਰ। ਜਦੋਂ ਵੱਡਾ ਹੋ ਗਿਆ ਤੇ ਹੁਣ ਸਰੀਏ ਤੇ ਸੀਮਟ ਤੇ ਇੱਟਾਂ ਲਾ ਕੇ ਤੇ ਹੁਣ ਵੀ ਉਦਾਂ ਹੀ ਕਹਿੰਦਾ ਆਓ ਵੇਖੋ ਮੇਰਾ ਘਰ। ਕਹਿਣ ਲੱਗੇ ਗਿਆਨੀ ਮਸਕੀਨ ਜੀ, ਉਦੋਂ ਵੀ ਖਿਡੌਣਾ ਸੀ, ਅੱਜ ਵੀ ਖਿਡੌਣਾ ਹੈ। ਸਰੀਰ ਦੀ ਉਮਰ ਵੱਧ ਗਈ, ਪਰ ਗੁਰੂ ਕਿਹਾ ਪਿਆਰਿਆ ਤੇਰੀ ਅੰਦਰ ਦੀ ਅਵਸਥਾ ਤਬਦੀਲ ਨਹੀਂ ਹੋਈ। ਇਹਦੇ ਵਿੱਚ ਮੈਂ ਵੀ ਸ਼ਾਮਲ ਹਾਂ ਜੀ। ਕਹਿਣ ਲੱਗੇ ਸਰੀਰ ਕਰਕੇ ਉਮਰ ਵੱਧ ਗਈ, ਮਨ ਦੀ ਅਵਸਥਾ ਤਬਦੀਲ ਨਹੀਂ ਹੋਈ। ਅੱਜ ਸਾਨੂੰ ਦੱਸ ਪੈ ਜਾਏ ਨਾ ਕਿ ਫਲਾਣੇ ਥਾਂ ਕੋਈ ਪੂਰਾ ਭਾਂਡਾ ਹੈ, ਬੜੀ ਬਾਣੀ ਉਹਨਾਂ ਦੇ ਅੰਦਰ ਚੱਲਦੀ ਹੈ, ਨਾਮ ਚੱਲਦਾ ਰਹਿੰਦਾ ਸਦਾ, ਬੜੇ ਬ੍ਰਹਮ ਗਿਆਨੀ ਨੇ, ਆਪਾਂ ਉਹਦੇ ਕੋਲ ਜਾਵਾਂਗੇ, ਭੱਜੇ ਭੱਜੇ ਜਾਵਾਂਗੇ ਜ਼ਰੂਰ, ਪਰ ਜਾ ਕੇ ਇਹ ਨਹੀਂ ਕਵਾਂਗੇ ਕਿ ਸਾਨੂੰ ਵਾਹਿਗੁਰੂ ਗੁਰਮੰਤਰ ਦ੍ਰਿੜ ਹੋ ਜਾਏ, ਸਾਡਾ ਸਿਮਰਨ ਚੱਲ ਪਏ, ਮੇਰਾ ਨਿਤਨੇਮ ਪ੍ਰਪੱਕ ਹੋ ਜਾਏ, ਮੇਰੇ ਮਨ ਚੋਂ ਦਵੈਸ਼ ਨਿਕਲ ਜਾਏ। ਨਾ 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 ਨਾ, ਜਾਂਦਿਆਂ ਮੱਥਾ ਟੇਕ ਕੇ ਕਵਾਂਗੇ ਬਾਬਾ ਜੀ ਸਾਡੇ ਕਾਕੇ ਦੇ 6 ਬੈਂਡ ਆ ਜਾਣ। ਇੱਥੇ ਸਾਡੀ ਦੁਨੀਆ ਮੁੱਕ ਜਾਂਦੀ ਹੈ। ਸਾਧੂ ਦੀ ਸੰਗਤ ਵਿੱਚ ਗਏ, ਉੱਥੇ ਨਾਮ ਜਪਣ ਲਈ, ਸਿਮਰਨ ਕਰਨ ਲਈ, ਅੰਦਰ ਦੇ ਟਿਕਾ ਲਈ ਬੇਨਤੀ ਨਹੀਂ ਕੀਤੀ, ਉੱਥੇ ਜਾ ਕੇ ਵੀ ਉਹੀ ਠੂਠਾ ਫੜ ਲਿਆ, ਇਹਦੇ ਵਿੱਚ ਕੁਝ ਪਾ ਦਿਓ। ਤੇ ਜਦੋਂ ਇਹ ਬਿਰਤੀ ਪੱਕ ਜਾਂਦੀ ਹੈ ਨਾ, ਕਠੋਰ ਹੋ ਜਾਂਦੀ ਹੈ, ਫਿਰ ਉਹਦਾ ਬੜਾ ਡਰਾਵਣਾ ਰੂਪ ਸਾਡੇ ਸਾਹਮਣੇ ਆਉਂਦਾ। ਫਿਰ ਅਸੀਂ ਗਾਤਰੇ ਵੀ ਪਾ ਲੈਂਦੇ ਹਾਂ, ਪੱਗਾਂ ਵੀ ਬੰਨੀਆਂ ਨੇ, ਤੇ ਵੀਰਵਾਰ ਨੂੰ ਕੌਲੀ ਦੇ ਵਿੱਚ ਤੇਲ ਪਾ ਕੇ ਪੀਰਾਂ ਦੇ, ਸ਼ਨੀਵਾਰ ਨੂੰ ਉਹ ਮੰਗਣ ਵਾਲਾ ਆ ਜਾਂਦਾ ਹੈ, ਉਹੋ ਹੀ ਕੌਲੀ ਉਹਦੇ, ਮੰਗਲਵਾਰ ਨੂੰ ਅਸੀਂ ਉਹ ਛੋਲਿਆਂ ਦੀ ਦਾਲ ਲੈ ਕੇ ਐਵੇਂ ਪਤਾ ਨਹੀਂ ਕਿੰਨੇ ਵਹਿਮ ਕਰਦੇ ਹਾਂ। ਤੇ ਜਦੋਂ ਕੋਈ ਸਾਨੂੰ ਕਹਿੰਦਾ ਨਾ ਵੀ ਤੂੰ ਤੇ ਗੁਰੂ ਦਾ ਸਿੱਖ ਹੈ, ਅੰਮ੍ਰਿਤਧਾਰੀ ਹੈ, ਤੇ ਫਿਰ ਕਹਿੰਦੇ ਆ ਭਾਈ ਜਿੱਤੋਂ ਕਿਸੇ ਦਾ ਕੰਮ ਬਹਾਨਾ ਫਿਰ ਉੱਥੇ ਜਾਣਾ ਨਹੀਂ। ਇਹਦਾ ਮਤਲਬ ਨਾ ਅਸਾਂ ਕਿਸੇ ਰੱਬ ਨੂੰ ਮੰਨਿਆ, ਨਾ ਕਿਸੇ ਸਾਧੂ ਨੂੰ ਮੰਨਿਆ, ਅਸਾਂ ਮੰਨਿਆ ਜੀ
बस अपनियां लोड़ां नूं। साडा रब है साडियां मंगां, जितों मंगां पूरीआं होणगीआं जावांगे। भावें कोई सूटे लाउंदा होवे, भावें कोई सिगटां पींदा होवे, भावें कोई गालां कढदा होवे, कहंदे जिथों लोड़ पूरी हुंदी असीं उत्थे जावांगे। खालसा जी जे इहो ही तर्क अपने प्रैक्टिकल जीवन विच लियाईए ते जे कोई सानू कह दे भी जिथों पैसा मिलदा उत्थे चले जाया करो, मैनू माफ़ करना ये बचन बड़ा ही कौड़ा जे, सानू पचना नहीं है। पर मैं खिमा पहला मंग लवां, जे कोई कह दे भी माया जिथों मिलदी उत्थे चले जाया करो, तो हर एक घटिया तो घटिया गंदे काम विच जिथे माया मिलदी है चले जाएंगे। बंदा कहंदा नहीं माया तो बड़ियां कोल है, इज्जत भी चाहिदी है। वो गल असीं अध्यात्मक जीवन विच, धार्मिक जीवन विच क्यों नहीं लियाउंदे? भला अज जो शब्द गुरु ने बख्शिया ना, ये जिन्ने बचन हो सकता कई सोचन जी ये अद्धा घंटा हो चलिया तो शब्द वाल नहीं आए, ये शब्द का ही भाव है। अज जेड़ा शब्द गुरु ने साडी झोली पाया है ना, इस शब्द का भाव मैं आप जी के सन्मुख अर्ज कर रहा। भाई गुरदास साहब जी कहते ने कि सतगुर पुरख दयाल होए, वाहे गुरु सच मंत्र सुनाया। ते अगली गल बड़ा ध्यान मंगदी है, कह लगे काम क्रोध विरोध हर, लोभ मोह अहंकार तजाया। सत संतोख दया धर्म नाम दान इशनान दृढ़ाया। कुछ चीज़ां तजा दित्तियां ते कुछ दृढ़ा दित्तियां। तजाया का मतलब है जो साडे कोलों गुरु ने लै लिया, जो साडे अंदरों कढ़ के बाहर सुट दिता। ये इस तरह कि आपां जो कुछ अपने गल पाई फिरदे आं। बच्चा होवे ना छोटा, माँ कहती है पुत्र तैनूं सोहना बनावां किवें? कहन लगी आ गंदे कपड़े ला तैनूं सोहने पवा दें। जदों सिख गुरु दे कोल गया ते गुरु ने कहा मेरे पुत्र मैं तैनूं सोहना बना दियां, काम क्रोध विरोध हर, लोभ मोह अहंकार तजाया। सत संतोख दया धर्म नाम दान इशनान दृढ़ाया। कुछ चीज़ां खो लईयां सुट दित्तियां बाहर, कुछ साडे गल पवा के आख्या इनू संभाल के रखी। ते भाई गुरदास साहब जी कहते ने सच रास रह रास दे, पैरी पै जग पैरी पाया। गुर सिख लै गुर सिख सदाया। गुरु दा सिख ओ नहीं जिहदे आधार कार्ड ते ओहदे रिलीजन दे खाने विच लिखिया होवे सिख, जिहदे वोटर कार्ड ते ओहदे रिलीजन दे खाने च लिखिया होवे सिख। सतगुरु जी कहते ने ये तां सरकार तैनूं मनदी होवेगी तूं सिख है। किहदा सिख? कहंदे गुरु नानक दा। गुरु नानक सच्चे पातशाह जी मुस्कुरा के कहते ने मेरे कोलों तां पुछ भला मेरा हैगा भी है कि झूठा ही ना लवाई फिरदा। महाराज तुसी दसो। पातशाह जी कहते ने ये मेरा सिख नहीं, ये नहीं मेरा सिख। क्यों बाबा जी? केस पूरे ने सिर ते, कंघा लाया होया, दस्तार सोहनी सजाई, गल मेरे चोला भी है, किरपान भी है, गुरुद्वारे भी आउना। ते मेरे हजूर सच्चे पातशाह जी कहते ने मेरा सिख उदन बनेगा जिदन मेरी सिक्ख्या भी पल्ले बन लवेगा। जिन्हों पातशाह जी ने धन श्री गुरु रामदास जी ने फरमाया है, कहन लगे सेवक सिख पूजन सब आवें। सचखंड श्री हरमंदर साहब जाओ, किन्ने लोग आउंदे ने, किन्ने लोग आउंदे ने। मेरा ख्याल है कि सिखां की गिणती घट होवेगी, गैर सिखां की वध होवेगी। मैं किसी गैर सिख नूं बुरा नहीं कहंदा, पर उत्ते मत्था टेकन नूं वारी नहीं बजदी। ते सतगुरां दी बाणी दा बचन उत्ते पता की चल रहा हुंदा? कीर्तन। दास ने एक बार ये वाक़या अनुभव किया, लैन बड़ी लम्मी लगी ते उत्ते सचखंड श्री हरमंदर साहब मन किया भी चलो आपां ना अकाल तख्त साहब मत्था टेक लैने आ ते परिक्रमा कर लैने आ, दर्शन फिर किसी दिन करांगे। इन्नी संगत है ते अंदर कीर्तन चल रहा है ते मेरे हजूर ने एक बचन बख्शिश किया। पातशाह जी कहते ने सेवक सिख पूजन सब आवे हैं, सब गावे हैं हर हर ऊतम बाणी। गाविया सुनिया तिनका हर थाए पावे, जिन सतगुर की आग्या सत सत कर मन। गल मुकनी है गुर सिख लै गुर सिख सदाया।
ਵਿਚਾਰ ਤਾਂ ਗੁਰੂ ਘਰਾਂ ਦੇ ਵਿੱਚ ਆਪਾਂ ਇਹ ਕਰਨੀ ਸੀ ਕਿ ਭਾਈ ਆਪਾਂ ਕਾਮ ਕ੍ਰੋਧ ਤੋਂ ਬਚਣਾ ਕਿਵੇਂ ਹੈ, ਸਤ ਸੰਤੋਖ ਦੇ ਧਾਰਨੀ ਕਿਵੇਂ ਬਣਨਾ ਹੈ, ਆਪਾਂ ਨਾਮ ਦੀ ਕਮਾਈ ਕਿਵੇਂ ਕਰਨੀ ਹੈ। ਪਰ ਸਾਡੇ ਦੁਆਲੇ ਦੁਆਲੇ ਝੁਰਮਟ ਹੀ ਇੰਨੇ ਕੁ ਪੈ ਗਏ ਨੇ ਕਿ ਸਾਧ ਸੰਗਤ ਜੀ ਸਾਨੂੰ ਕਦੇ ਕਿਸੇ ਗੱਲ ਦੀ ਸਫਾਈ ਦੇਣੀ ਪੈਂਦੀ ਹੈ, ਕਦੇ ਕਿਸੇ ਹਮਲੇ ਤੋਂ ਬਚਾਅ ਕਰਨ ਵਾਸਤੇ ਸਿੱਖਾਂ ਨੂੰ ਹੋਕਾ ਦੇਣਾ ਪੈਂਦਾ, ਸੁਚੇਤ ਹੋ ਜਾਓ, ਤਗੜੇ ਹੋ ਜਾਓ। ਉਹ ਜਿਹੜੀ ਅਸਲ ਗੱਲ ਸੀ ਨਾ, ਉਹ ਰਹਿ ਹੀ ਜਾਂਦੀ, ਉਹ ਗਵਾਚ ਜਾਂਦੀ ਸਾਡੇ ਕੋਲ। ਸੋ ਮੈਂ ਅਰਜ਼ ਕਰਾਂ ਸਾਧ ਸੰਗਤ ਜੀ, ਜੇ ਆਤਮਾ ਬਲਵਾਨ ਹੈ ਤੇ ਲੱਖਾਂ ਕੋਈ ਹਮਲੇ ਕਰੀ ਜਾਣ, ਸਾਨੂੰ ਕੋਈ ਡੇਗ ਨਹੀਂ ਸਕਦਾ। ਅਸੀਂ ਬੜਾ ਯਤਨ ਕੀਤਾ, ਕੇਸ ਰੱਖੋ, ਦਸਤਾਰਾਂ ਸਜਾਓ, ਸਫਲ ਵੀ ਹੋ ਗਏ। ਕੇਸਾਂ ਵਾਲੇ, ਦਸਤਾਰਾਂ ਵਾਲੇ ਬਹੁਤ ਨਜ਼ਰ ਆਉਣ ਲੱਗ ਪਏ। ਸਕੂਲੇ ਜਾਈਏ, ਸਾਰੇ ਬੱਚੇ ਹੁਣ ਦਸਤਾਰਾਂ ਵਾਲੇ ਦੀਦੇ ਨੇ, ਵਧਾਈ ਹੋਵੇ। ਕਾਲਜਾਂ ਵਿੱਚ ਸਾਡੇ ਭਰਾ ਦਸਤਾਰਾਂ ਵਾਲੇ, ਬਰਾਤ ਤੇ ਚਲੇ ਜਾਓ, ਆਪਾਂ ਉਹ ਸਮਾਂ ਵੇਖਿਆ ਜਦੋਂ ਦਸਤਾਰ ਵਾਲੇ ਨੂੰ ਮਖੌਲ ਹੁੰਦੇ ਸਨ, ਤੇ ਅੱਜ ਵੀ ਸਮਾਂ ਹੈ ਜਦੋਂ ਬਰਾਤ ਜਾਂਦੀ ਹੈ ਤੇ ਮੋਨਾ ਵੀ ਪੱਗ ਬਣਾ ਕੇ ਆਉਂਦਾ ਹੈ। ਕਹਿੰਦੇ ਤੂੰ ਮੋਨਾ ਨਹੀਂ, ਕਹਿੰਦਾ ਪਰ ਮੈਨੂੰ ਸ਼ਰਮ ਜੀ ਆਉਂਦੀ ਹੈ ਬਿਨਾਂ ਪੱਗ ਤੋਂ ਬਰਾਤੇ ਜਾਣ ਲੱਗੇ। ਇਹ ਵਧਾਈ ਵਾਲੀ ਗੱਲ ਹੈ, ਪਰ ਬਾਹਰੋਂ ਬਾਹਰ ਅਸੀਂ ਮਜ਼ਬੂਤ ਹੋਈ ਗਏ, ਅੰਦਰੋਂ ਕੱਚੇ ਰਹਿ ਗਏ। ਤੇ ਫਿਰ ਉਹੋ ਹੀ ਕੇਸਾਂ ਵਾਲਾ ਕਿਸੇ ਪਖੰਡੀ ਦੇ ਪੈਰਾਂ 'ਚ ਬੈਠਾ, ਫਿਰ ਅਸੀਂ ਰੋਂਦੇ ਹਾਂ। ਉਹੋ ਹੀ ਪੱਗ ਵਾਲਾ ਕਿਸੇ ਪਖੰਡੀ ਦੇ ਪੈਰ ਫੜ ਕੇ ਬਹਿ ਗਿਆ, ਸਾਡੀਆਂ ਚੀਕਾਂ ਨਿਕਲ ਗਈਆਂ, ਨਿਕਲਣੀਆਂ ਹੀ ਸੀ। ਖਾਲਸਾ ਜੀ ਪੱਗਾਂ ਬਣਾ ਦਿੱਤੀਆਂ, ਪਰ ਇਹ ਅਸੀਂ ਨਾਕਾਮਯਾਬ ਹੋ ਗਏ ਵੀ ਇਹਦੀ ਜ਼ਿੰਮੇਵਾਰੀ ਕੀ ਹੈ, ਇਹ ਨਹੀਂ ਦੱਸਿਆ। ਇਹ ਅਸਫਲ ਹੋ ਗਏ, ਇਹਦੀ ਜ਼ਿੰਮੇਵਾਰੀ ਕੀ ਹੈ। ਇਸ ਕਰਕੇ ਗੁਰੂ ਪਿਆਰਿਓ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੁੜੇ ਹਾਂ ਤੇ ਯਤਨ ਇਹ ਕਰਨਾ ਕਿ ਕੇਵਲ ਬਾਹਰ ਨਹੀਂ ਬਲਕਿ ਅੰਦਰੋਂ ਆਪਾਂ ਗੁਰੂ ਦੇ ਨਾਲ ਜੁੜੀਏ। ਤੇ ਵਾਕਿਆ ਹੀ ਇੱਕ ਤੇ ਆਪਾਂ ਦਾਅਵਾ ਕਰਦੇ ਆ ਨਾ ਵੀ ਮੈਂ ਸਿੱਖ ਹਾਂ, ਸਾਡਾ ਦਾਅਵਾ ਪੂਰਾ ਉਦਣ ਹੋਏਗਾ ਜਿੱਦਣ ਤਖਤ ਤੇ ਬੈਠੇ ਪੂਰੇ ਸਤਿਗੁਰੂ ਵਾਕਿਆ ਹੀ ਇਸ਼ਾਰਾ ਕਰਕੇ ਕਹਿ ਦੇਣਗੇ ਵੀ ਹਾਂ ਇਹ ਵਾਕਿਆ ਹੀ ਮੇਰਾ ਸਿੱਖ ਹੈ, ਉਦਣ ਕਾਮਯਾਬੀ ਮਿਲਣੀ ਹੈ। ਸੋ ਗੁਰੂ ਖਾਲਸਾ ਜੀ ਆਓ, ਜੋ ਪਾਵਨ ਅੰਮ੍ਰਿਤ ਬਚਨ ਬਖਸ਼ਿਸ਼ ਹੋਏ ਨੇ ਤੇ ਇਹਨਾਂ ਬਚਨਾਂ ਦਾ ਭਾਵ ਮੈਂ ਯਤਨ ਕੀਤਾ ਕਿ ਜਿੰਨਾ ਕੁ ਬੁੱਧੀ ਦੇ ਵਿੱਚ ਆਵੇ, ਕਿਉਂਕਿ ਗੁਰਬਾਣੀ ਇੰਨਾ ਡੂੰਘਾ ਸਾਗਰ ਹੈ, ਸਮੁੰਦਰ ਹੈ ਨਾ ਬਾਹਰ ਵਾਲਾ, ਇਹ ਛੋਟਾ ਹੈ, ਗੁਰਬਾਣੀ ਦਾ ਸਾਗਰ ਜ਼ਿਆਦਾ ਡੂੰਘਾ। ਪਰ ਜਿਹੜਾ ਸਮੁੰਦਰ ਹੈ ਨਾ, ਇਹਦੇ ਬਾਰੇ ਵਿਗਿਆਨੀ ਕਹਿੰਦੇ ਨੇ ਕਿ ਅੱਜ ਤੱਕ ਇਨਸਾਨ ਸਮੁੰਦਰ ਦੇ ਅੱਧ ਤੱਕ ਵੀ ਨਹੀਂ ਪਹੁੰਚ ਸਕਿਆ, ਸਮੁੰਦਰ ਦੇ ਅੱਧ ਤੱਕ ਵੀ ਨਹੀਂ ਪਹੁੰਚ ਸਕਿਆ। ਤੇ ਸਮੁੰਦਰ ਇੰਨਾ ਡੂੰਘਾ, ਉਹਦਾ ਅੰਤ ਨਹੀਂ। ਇਵੇਂ ਗੁਰੂ ਕੀ ਬਾਣੀ ਦਾ ਵੀ ਅੰਤ ਕੋਈ ਨਹੀਂ। ਹਾਂ, ਜਿੰਨੇ ਜੋਗਾ ਕੋਈ ਹੋਵੇਗਾ ਚੁੱਭੀ ਮਾਰੇਗਾ, ਜਿੰਨੇ ਕੁ ਰਤਨ ਉਹਨੂੰ ਤਰਸ ਕਰਕੇ ਗੁਰੂ ਝੋਲੀ ਪਾ ਦੇ ਨਾ, ਮੈਂ ਇਹ ਨਹੀਂ ਕਹਿੰਦਾ ਵੀ ਚੁੱਭੀ ਮਾਰੇਗਾ ਤੇ ਆਪ ਲੱਭ ਲਿਆਏਗਾ, ਨਹੀਂ, ਚੁੱਭੀ ਮਾਰਨੀ ਹੈ ਆਪਾਂ, ਪਰ ਰਤਨ ਮੇਰੇ ਗੁਰੂ ਨੇ ਆਪ ਉਹਦੀ ਝੋਲੀ 'ਚ ਪਾ ਦੇਣੇ ਨੇ ਵੀ ਤੇਰੇ ਤੇ ਖੁਸ਼ ਹੋਏ ਆ, ਆਹ ਰਤਨ ਲੈ ਲਾ, ਉਹ ਕੱਢ ਕੇ ਲੈ ਆਉਂਦਾ। ਆਓ ਆਪਾਂ ਯਤਨ ਕਰੀਏ, ਸਤਿਗੁਰੂ ਨੂੰ ਸਾਡੇ ਤੇ ਤਰਸ ਆ ਜਾਏ ਤੇ ਆਪਣੀ ਝੋਲੀ ਦੇ ਵਿੱਚ ਕੁਝ ਕੀਮਤੀ ਦਾਤ ਗੁਰੂ ਦੇ ਦਰ ਤੋਂ ਪਵੇ। ਸਾਰੀ ਸੰਗਤ ਬੜੇ ਪ੍ਰੇਮ ਦੇ ਨਾਲ ਹਾਜ਼ਰੀ ਲਵਾਓ, ਕੋਈ ਰਸਨਾ ਵਾਂਝੀ ਨਾ ਰਹੇ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਆਸਾ ਮਹੱਲਾ ਪੰਜਵਾਂ। ਇਹ ਅੰਮ੍ਰਿਤ ਬਚਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 368 ਉੱਪਰ ਸੁਭਾਏਮਾਨ ਹੈ। ਤੇ ਆਸਾ ਰਾਗ ਦੀ ਲੜੀ ਦੇ ਵਿੱਚ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੋ 6ਵੇਂ ਘਰ ਦੇ ਚੌਪ ਦੇ ਸ਼ਬਦ ਨੇ, ਇਹਨਾਂ ਦੇ ਵਿੱਚੋਂ ਸਾਧ ਸੰਗਤ ਜੀ ਇਸ ਸ਼ਬਦ ਦਾ ਨੰਬਰ 63 ਹੈ, ਵੱਡੀ ਗਿਣਤੀ ਵਿੱਚ ਤੇ 11 ਹੈ ਛੋਟੀ ਗਿਣਤੀ ਵਿੱਚ। ਇਹ ਜਿਹੜੀ ਗਿਣਤੀ ਦਿੱਤੀ ਹੁੰਦੀ ਹੈ ਨਾ ਸ਼ਬਦਾਂ ਦੀ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪਹਿਰੇਦਾਰ ਨੇ। ਇਹ ਜਿਹੜੇ ਹਿੰਦਸੇ ਲਿਖੇ ਨੇ ਨਾ, ਨੰਬਰਿੰਗ ਕੀਤੀ ਹੋਈ ਹੈ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪਹਿਰੇਦਾਰ ਨੇ। ਇਹ ਲੋਹੇ ਦਾ ਕਿਲਾ ਹੈ, ਇਹਨਾਂ ਦੀ ਬਦੌਲਤ ਕੋਈ ਗੁਰਬਾਣੀ ਦੇ ਵਿੱਚ ਘਾਟਾ ਤੇ ਵਾਧਾ ਨਹੀਂ ਕਰ ਸਕਿਆ।
नहीं तो 17वीं 18वीं 19वीं सदी विच लोकां ने बड़ा जोर लाया कि गुरबाणी दे विचों कुछ चीज़ां कढ़ दईए ते कुछ अपने कोलों पा दईए। यतन होए ने पर कामयाब नहीं होए। ये जिहड़ी नंबरिंग कीती हुई है इहदा करके राग आसा है, श्री राग माज गौड़ी ते फिर आसा चौथा राग है। धन धन श्री गुरु रामदास सच्चे पातशाह जी का उचारिया होया ये अमृत बचन है। ते हजूर फरमाउंदे ने सत संगत मिलिए हर साधु, मिल संगत हर गुण गाए। हे सतसंगी जनों, हे गुरमुखो, सदा साधुआं दी संगत दे विच मिलिया करिए। साधु की संगत विच, साधु का मतलब इत्थे खालसा जी कोई एक विशेष व्यक्ति, ये तो नहीं आप कह सकते भी कि विशेष व्यक्ति नहीं है, पर इत्थे इस तरह नहीं गिणना कि कोई एक बंदा होवे उन्होंने मत्थे टेकदे हुण कहिए ये साधु है। खालसा जी वो साधु किसी खेत विच पट्ठे वढ़दा भी हो सकता, वो साधु तुहाडे घर दे विच रोड़ी कुटदा भी हो सकता, 300 रुपये दिहाड़ी ते आया होया। वो साधु वाकई ही किसी यूनीवर्सिटी पढ़ाने वाला भी हो सकता जे। वो साधु मैं नहीं कहता भी जेड़े गुरु की हजूरी च ने वो दूर ने, नहीं, वो साधु सतगुरां दी ताबिया दे विच बहन वाला, चौर साहब करन वाला, अरदास करन वाला, कीर्तन करन वाला, कथा करन वाला भी हो सकता है। पर खालसा जी ये दावा नहीं है कि केवल ते केवल चिट्टा चोला पा के बहन वाला ही साधु है। साधु जी दे अंदर नाम टिकिया जिन्हें मन नूं साधिया होया, जिन्हें मन नूं साधिया वो साधु है। पर चेते रखना एवें लोकां दे सरकारां दे बनाए साधु, क्योंकि साधु सरकारां भी बनाउंदियां ने ना शुरू तो लैके। कि गुरु नानक देव जी दे वेले सरकारां दे साधु नहीं सन हैगे? गुरु अर्जन देव जी दे वेले सरकारां दे बनाए साधु नहीं सी हैगे? पीलू, कान्हा, छज्जू, शाह हुसैन, वो कौन सन? सरकारी साध। सरकारी साध हर वेले हुंदे ने, क्यों? क्योंकि सरकार नूं खतरा रहिंदा है किते कोई आके सानू बाबर जाबर ना कह दे, किते कोई आके लोकां नूं इह हलूणा दे के ना कह दे राजे शी मुकद्दम कुत्ते जाए जगाएन बैठे सुते चाकर नैंदा पायन घाह हो रत पिद कुत्ते हो चट जाओ, ये ना कह दे कोई। किते कोई साधु उठ के ये ना कह देवे कि उल्टी वाड़ खेत को खाई, कह लगे साधु इहो जिहा होना चाहिए है भी जेड़ा साधु लोकां नूं कवे लोको आ जेड़ा तखत ते बैठा होया ना राजा ये रब दा अवतार जे, इहो जिहा साधु चाहिदा सरकार। ते साधु नूं किहड़ी सरकार चाहिदी है? जेड़ी सरकार बंद बंद ना कट्टे, चरखड़ी ते ना चढ़ावे, सिरां दा मुੱਲ ना पावे, बल्कि थाल दे विच चैक रख के लिया के मत्था टेक के कवे अज साधु दा बाबा जी दा जन्म दिन है ते साडी वल्लों इन्नी कमाया भेट। वो साधु नूं इदां दी सरकार चाहिदी है, सरकार नूं उदां दा साधु चाहिदा है। पर इस घर दे विचों जिहड़ी आवाज़ आउंदी है वो सरकारां नूं चुभदी है, वो हर एक सरकार नूं चुभेगी। माफ़ करना, तुसीं मैनूं बना दिओ प्रधान मंत्री वोटां पा के, ते मैं आवां गुरुद्वारा साहिब मत्था टेकण ते अगों मेरे भरा रागी सिंह कुदरती शब्द पढ़दे होण राजे शी मुकद्दम कुत्ते, ते मैनूं भी गुस्सा आ जाना भी ये खड़ी मैनूं सुना के पढ़। अगों रागी सिंह शब्द पढ़ देन कुत्ता राज बहाली है, फिर चक्की चट्टा, मेरे मन च भी आना भी इन्हां दी कराओ खाए तो बदली, ये मैनूं वेख के पढ़दे। कहण दा भाव यह है कि जेड़ा हाकम है ना उन्होंने गुरु की बाणी कदे भी नहीं चंगी लगनी, कदे भी नहीं लगनी। ते जेड़ा सरकारी साध है उन्होंने मेरे सतगुरां ने बख्शना नहीं, कह देना है गज साढ़े तै तै धोतियां तेहरे पायन तग, गली जिन्ना जप मालियां लोटे हथ ने बग, ओए हर के संत ना आखियां बनारस के ठग। साध संगत जी हुक्म होया कि सत संगत करनी है, सत संगत मिली है हर साधु, ते मिल के की करना? मिल संगत हर गुण गाए। गुरु रामदास जी का बचन है ना, सत संगत सत गुर चटसाल है, ये गुरु का सकूल है। मिल हर गुण सिखा, कह लगे जिथे जुड़ के वाहिगुरु के गुण गाने सीखने ने
ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾ। ਇਤੇ ਵਾਹਿਗੁਰੂ ਦੇ ਗੁਣ ਸਿੱਖਣੇ ਨੇ। ਸਾਧ ਸੰਗਤ ਜੀ, ਆਪਾਂ ਗੁਰੂ ਦੇ ਘਰ ਆਉਨੇ ਆ, ਤੇ ਜਿਹੜੀ ਦਾਸ ਨੇ ਆਰੰਭ ਵਿੱਚ ਇਹ ਬੇਨਤੀ ਕੀਤੀ ਨਾ ਵੀ ਆਪਾਂ ਗੁਰੂ ਦੇ ਕੋਲੋਂ ਖਿਡੌਣੇ ਹੀ ਮੰਗਦੇ ਰਹਿੰਦੇ ਆ, ਕਿ ਇਹ ਮੰਗਣੇ ਨਹੀਂ ਚਾਹੀਦੇ? ਮੰਗਣੇ ਚਾਹੀਦੇ ਨੇ। ਪਰ ਖਾਲਸਾ ਜੀ, ਸਕੂਲ ਵਿੱਚ ਇੱਕ ਕਲਾਸ ਇਹੋ ਜਿਹੀ ਵੀ ਹੁੰਦੀ ਹੈ ਜਿਹੜੀ ਕਲਾਸ ਦੇ ਬਾਹਰ ਲਿਖਿਆ ਹੁੰਦਾ ਪਲੇ ਪੈਨ, ਪੰਜਾਬੀ ਦੇ ਵਿੱਚ ਲਿਖਣਾ ਹੋਵੇ ਤੇ ਕਹਾਂਗੇ ਬਾਲਵਾੜੀ। ਉੱਥੇ ਜਦੋਂ ਬੱਚਾ ਜਾਂਦਾ ਨਾ, ਉਹ ਉਹਨੂੰ ਕੁਝ ਨਹੀਂ ਪੜ੍ਹਾਉਂਦੇ, ਪੜ੍ਹਾਉਂਦੇ ਨਹੀਂ ਨਾ ਉਹਨੂੰ ਕੁਝ, ਉਹਨੂੰ ਖਿਡਾਉਂਦੇ ਨੇ। ਮੈਂ ਵੇਖਿਆ ਇੱਕ ਪਰਿਵਾਰ ਦੇ ਵਿੱਚ, ਮੇਰੇ ਰਿਸ਼ਤੇਦਾਰਾਂ ਦੇ ਵਿੱਚ, ਬੱਚੇ ਨੂੰ ਪੜ੍ਹਨੇ ਪਾਇਆ। ਉਹ ਬੱਚਾ ਘਰ ਆਇਆ ਤੇ ਇੱਕ ਬਜ਼ੁਰਗ ਬਾਪੂ ਜੀ ਉਹ 'ਤੇ ਆਏ ਹੋਏ ਨੇ। ਉਹ ਪੁੱਛਦੇ ਨੇ, ਪੁੱਤਰ ਸਕੂਲੇ ਜਾਣ ਲੱਗ ਪਿਆ, ਕੀ ਪੜ੍ਹਿਆ? ਉਹ ਕਹਿੰਦਾ ਕੁਛ ਨਹੀਂ ਪੜ੍ਹਿਆ। ਬੱਚੇ ਹੁਣ ਅੱਜ ਕੱਲ੍ਹ ਤੇਜ਼ ਬੜੇ ਹੋ ਗਏ ਨਾ, ਗੱਲਾਂ ਸੁਣਾਉਂਦੇ ਨੇ ਅੱਗੋਂ। ਤੇ ਉਹ ਬਜ਼ੁਰਗ ਨੇ ਪੁੱਛਿਆ, ਫਿਰ ਕੀ ਕੀਤਾ ਸਕੂਲੇ? ਉਹ ਕਹਿੰਦਾ ਪਹਿਲਾਂ ਖਿਡੌਣਿਆਂ ਨਾਲ ਖੇਡੇ, ਫਿਰ ਟੀਵੀ ਵਿੱਚ ਕਾਰਟੂਨ ਵੇਖਿਆ, ਫਿਰ ਸੌਂ ਗਏ, ਫਿਰ ਛੁੱਟੀ ਹੋ ਗਈ ਤੇ ਘਰ ਨੂੰ ਆ ਗਏ। ਉਹ ਬਜ਼ੁਰਗ ਹੱਕਾ ਬੱਕਾ ਹੋ ਗਿਆ। ਉਹ ਕਹਿੰਦਾ ਵੀ ਇਹ ਕਿਹੋ ਜਿਹਾ ਸਕੂਲ ਹੈ? ਖੇਡਿਆ, ਟੀਵੀ ਵੇਖਿਆ, ਸੌਂ ਗਏ, ਘਰ ਨੂੰ ਆ ਗਏ। ਤਾਂ ਉਹ ਜਿਨ੍ਹਾਂ ਦਾ ਬੱਚਾ ਹੈ, ਉਹ ਭਾਈ ਸਾਹਿਬ ਕਹਿੰਦੇ, ਬਾਪੂ ਤਾਇਆ, ਅੱਜ ਕੱਲ੍ਹ ਪਹਿਲੀ ਜਮਾਤ ਇੱਦਾਂ ਦੀ ਹੁੰਦੀ ਹੈ, ਪਹਿਲੀ ਜਮਾਤ ਵਿੱਚ ਖੇਡਣ ਮੱਲਣ ਦਾ ਹੀ ਹੁੰਦਾ ਹੈ। ਇਹ ਪਹਿਲੀ ਜਮਾਤ ਕੱਚੀ ਪਹਿਲੀ ਆ ਨਾ, ਜਿਹੜੀ ਪਲੇ ਪੈਨ ਹੈ। ਆਪਾਂ ਜ਼ਿਆਦਾਤਰ ਕੱਚੀ ਪਹਿਲੀ ਵਾਲੇ ਵਿਦਿਆਰਥੀ ਹਾਂ। ਆਪਾਂ ਇੱਥੇ ਸਕੂਲ ਵਿੱਚ ਆ ਕੇ ਖਿਡੌਣੇ ਮੰਗਦੇ ਹਾਂ ਖੇਡਣ ਲਈ, ਤੇ ਗੁਰੂ ਸਾਹਿਬ ਸਾਨੂੰ ਦਿੰਦੇ ਵੀ ਨੇ, ਕਿਉਂਕਿ ਮਹਾਰਾਜ ਨੂੰ ਪਤਾ ਵੀ ਇਹ ਕੱਚੀ ਪਹਿਲੀ ਵਾਲੇ ਨੇ, ਦੇ ਦਿੰਦੇ ਨੇ। ਪਰ ਖਾਲਸਾ ਜੀ, ਐਸਾ ਬੱਚਾ ਸਾਲ ਪੂਰਾ ਹੋ ਜਾਏ ਤੇ ਤੁਸੀਂ ਅਗਲੇ ਸਾਲ 'ਚ ਐਡਮਿਸ਼ਨ ਕਰਵਾ ਦਿਓ, ਤੇ ਉਹ ਬੱਚਾ ਜਿੱਦ ਕਰਕੇ ਕਵੇ ਨਹੀਂ ਮੈਂ ਤੇ ਉਹ ਪਿਛਲੇ ਸਾਲ ਵਾਲੀ ਕਲਾਸ 'ਚ ਹੀ ਜਾਣਾ, ਉੱਥੇ ਬੜੀਆਂ ਮੌਜਾਂ ਨੇ, ਇੱਥੇ ਤੇ ਪੜ੍ਹਾਉਂਦੇ ਨੇ, ਇੱਥੇ ਤੇ ਝਿੜਕਦੇ ਨੇ, ਇੱਥੇ ਤੇ ਕੁੱਟ ਪੈਂਦੀ ਹੈ, ਮੈਂ ਨਹੀਂ ਫਸਟ ਕਲਾਸ ਵਿੱਚ ਹੋਣਾ, ਮੈਂ ਨਹੀਂ ਨਰਸਰੀ ਵਿੱਚ ਹੋਣਾ, ਮੈਂ ਪਲੇ ਪੈਨ 'ਚ ਹੀ ਰਹਿਣਾ। ਕੋਈ ਬੱਚਾ ਇੱਦਾਂ ਕਹੇਗਾ? ਜੇ ਕਹੇਗਾ ਤੇ ਆਪਾਂ ਮੰਨਾਂਗੇ, ਨਹੀਂ। ਪਰ ਅਫਸੋਸ, ਮੇਰੇ ਸਣੇ ਸਾਧ ਸੰਗਤ ਜੀ, 30 ਸਾਲ ਹੋ ਗਏ ਸਾਨੂੰ ਗੁਰਦੁਆਰੇ ਆਉਂਦਿਆਂ, ਆਪਾਂ ਪਲੇ ਪੈਨ 'ਚ ਹੀ ਬੈਠੇ ਹਾਂ। ਆਪਾਂ ਬਾਲਵਾੜੀ ਤੋਂ ਅੱਗੇ ਜਾਂਦੇ ਹੀ ਨਹੀਂ। ਇਹ ਦੁਖਾਂਤ ਹੈ ਸਾਡਾ। ਗੁਰਮੁਖੋ, ਬਾਲਵਾੜੀ ਤੋਂ ਅੱਗੇ ਕਿਵੇਂ ਜਾਣਾ ਹੈ? ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ, ਸਤਿਗੁਰਾਂ ਦੀ ਬਾਣੀ ਨੂੰ ਵਿਚਾਰਨਾ, ਕੀਰਤਨ ਨੂੰ ਸੁਣਨਾ, ਅਰਦਾਸ ਦੇ ਵਿੱਚ ਧਿਆਨ ਦੇਣਾ। ਅਰਦਾਸ ਕੀ ਕੀ ਸਿਖਾਉਂਦੀ ਹੈ? ਇਹ ਸਿਲੇਬਸ ਪੜ੍ਹਦਿਆਂ ਫਿਰ ਵੱਡੀਆਂ ਜਮਾਤਾਂ ਵਿੱਚ ਵੀ ਹੋਈਏ। ਤੇ ਸਿੱਖੀ ਦੀ PhD ਪਤਾ ਕੀ ਹੈ? ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਚਲੋ PhD ਵਾਲੇ ਅਸੀਂ ਨਹੀਂ। ਉਹ ਭਾਈ ਤਾਰੂ ਸਿੰਘ ਜੀ ਨੇ, ਉਹ ਭਾਈ ਮਨੀ ਸਿੰਘ ਜੀ ਨੇ, ਉਹ ਬਾਬਾ ਦੀਪ ਸਿੰਘ ਜੀ ਨੇ। ਚੱਲ 10 ਕੁ ਜਮਾਤਾਂ ਦਾ ਪੜ੍ਹ ਲਈਏ ਨਾ, 8 ਕੁ ਪੜ੍ਹ ਲਈਏ, 5 ਕੁ ਪੜ੍ਹ ਲਈਏ, ਸਾਰੀ ਉਮਰ ਪਲੇ ਪੈਨ 'ਚ ਨਾ ਬੈਠੇ ਰਹਿ ਜਾਈਏ। ਇਹ ਤਰਲਾ ਹੈ ਕਿ ਗੁਰੂ ਕੀ ਬਾਣੀ ਦੇ ਬਚਨਾਂ ਨੂੰ ਵਿਚਾਰੀ। ਪਾਤਸ਼ਾਹ ਜੀ ਨੇ ਕਿਰਪਾ ਕਰਕੇ ਫਰਮਾਇਆ ਹੈ ਕਿ ਸੰਗਤ ਵਿੱਚ ਮਿਲ ਕੇ ਗੁਣ ਗਾਈ। ਸੰਗਤ ਵਿੱਚ ਮਿਲਾਂਗੇ ਤੇ ਗੁਣ ਗਾਵਾਂਗੇ। ਸਾਧ ਸੰਗਤ ਜੀ, ਜਿਹੋ ਜੀ ਸੰਗਤ ਤੇ ਉਹੋ ਜਿਹੀ ਰੰਗਤ ਹੋ ਜਾਂਦੀ ਹੈ। ਜੇ ਆਪਾਂ ਮਾੜੇ ਲੋਕਾਂ ਵਿੱਚ ਬਵਾਂਗੇ ਉੱਦਾਂ ਦੇ ਹੋ ਜਾਵਾਂਗੇ, ਤੇ ਜੇ ਆਪਾਂ ਸਾਧ ਸੰਗਤ ਵਿੱਚ ਗੁਰਮੁਖਾਂ ਦੇ ਵਿੱਚ ਜੁੜ ਕੇ ਬਵਾਂਗੇ, ਆਪਾਂ ਨੂੰ ਵੀ ਵਾਕਿਆ ਹੀ ਪ੍ਰੇਰਨਾ ਮਿਲੇਗੀ ਨਾਮ ਜਪਣ ਦੀ, ਸਿਮਰਨ ਕਰਨ। ਪਾਤਸ਼ਾਹ ਜੀ ਕਹਿੰਦੇ ਨੇ, ਗਿਆਨ ਰਤਨ ਬਲਿਆ ਘਟ ਚਾਨਣ, ਅਗਿਆਨ ਅੰਧੇਰਾ ਜਾਏ। ਗਿਆਨ ਦਾ ਰਤਨ ਮਿਲ ਗਿਆ ਤੇ ਹਿਰਦੇ ਦੇ ਹਨੇਰੇ ਕੋਠੇ ਦੇ ਵਿੱਚ ਗਿਆਨ ਦਾ ਦੀਵਾ ਬਲ ਗਿਆ। ਗਿਆਨ ਦਾ ਦੀਵਾ। ਇੱਕ ਸ਼ਾਇਰ ਕਹਿੰਦਾ, ਇਸ ਦੌਰੇ ਤਰੱਕੀ ਕੇ ਅੰਦਾਜ਼ ਹੀ ਨਿਰਾਲੇ हैं, ਦਿਲੋਂ ਮੇਂ ਅੰਧੇਰੇ ਸੜकों पे ਉਜਾਲੇ हैं। ਬਾਹਰ ਨਿਕਲੋ, ਸੜਕਾਂ ਤੇ ਲਾਈਟਾਂ ਹੀ ਲਾਈਟਾਂ, ਤੇ ਅੰਦਰ ਦਿਲ ਵਿੱਚ ਹਨੇਰਾ ਹੀ ਹਨੇਰਾ। ਇਸ ਕਰਕੇ ਹਜੂਰ ਕਹਿੰਦੇ ਨੇ, ਜਦੋਂ ਨਾਮ ਜਪੇਗਾ ਤੇਰੇ ਅੰਦਰ ਦੀਵਾ ਬਲੇਗਾ। ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਅੰਦਰੋਂ ਤੇਰੇ ਅਗਿਆਨ ਮਿਟ ਜਾਵੇ, ਚਾਨਣ ਹੋ ਜਾਏ। ਆਪਣੇ ਘਰ ਵਿੱਚ ਬੈਠੇ ਹੋਈਏ, ਕਮਰੇ ਵਿੱਚ
ਅਚਾਨਕ ਖਾਲਸਾ ਜੀ ਬਿਜਲੀ ਬੰਦ ਹੋ ਜਾਏ ਤੇ ਇਨਵੇਟਰ ਚੱਲੇ ਨਾ, ਆਵਾਜ਼ ਦਿੰਨੇ ਆ ਇਨਵੇਟਰ ਕਿਉਂ ਨਹੀਂ ਚੱਲਿਆ, ਤੇ ਕੋਈ ਪਰਿਵਾਰ ਦਾ ਮੈਂਬਰ ਕਹਿ ਦੇ ਉਹ ਅਸਾਂ ਬੰਦ ਕੀਤਾ ਹੋਇਆ ਸੀ, ਇੱਕਦਮ ਉੱਠਦੇ ਆ ਮੈਂ ਇਨਵੇਟਰ ਦਾ ਸੁੱਚ ਲਾ ਦਿਆਂ। ਤੇ ਸਾਧ ਸੰਗਤ ਜੀ ਆਪਾਂ ਪਹਿਲਾਂ ਟੋਹਨੇ ਆ ਵੀ ਦਰਵਾਜ਼ਾ ਕਿੱਥੇ ਹੈ, ਜਦ ਕਿ ਘਰ ਮੇਰਾ ਹੈ, ਮੈਂ ਹੱਥੀਂ ਬਣਾਇਆ ਹੈ, ਮੈਨੂੰ ਚੰਗੀ ਤਰ੍ਹਾਂ ਪਤਾ, ਪਰ ਦਰਵਾਜ਼ਾ ਲੱਭਦਾ ਨਹੀਂ, ਟੋਹਦੇ ਆ। ਫਿਰ ਆਪਾਂ ਟੋਹਦੇ ਟੋਹਦੇ ਅੱਗੇ ਉਹ ਪਰਿਵਾਰ ਦਾ ਕੋਈ ਦੂਜਾ ਮੈਂਬਰ ਵੀ ਤੁਰਿਆ ਆਉਂਦਾ ਸੀ, ਵਿੱਚ ਵੱਜ ਗਿਆ, ਟੱਕਰ ਹੋ ਗਈ। ਟੱਕਰ ਕਿਉਂ ਹੋ ਗਈ? ਕਹਿੰਦੇ ਹਨੇਰਾ ਸੀ। ਦਰਵਾਜ਼ਾ ਕਿਉਂ ਨਹੀਂ ਲੱਭਾ? ਹਨੇਰਾ ਸੀ। ਸੁੱਚ ਕਿਉਂ ਨਹੀਂ ਲੱਭਾ? ਹਨੇਰਾ ਸੀ। ਹਰ ਗੱਲ ਦਾ ਜਵਾਬ ਹੈ ਹਨੇਰਾ। ਤੇ ਜੇ ਬੱਤੀ ਆ ਜਾਏ ਤੇ ਫਿਰ ਨਾ ਵਿੱਚ ਵੱਜਾਂਗੇ ਇੱਕ ਦੂਜੇ ਦੇ, ਨਾ ਦਰਵਾਜ਼ਾ ਟੋਹਣਾ ਪਏਗਾ, ਨਾ ਸੁੱਚ ਟੋਹਣਾ ਪਏਗਾ। ਬਸ ਗੱਲ ਇੰਨੀ ਹੈ, ਇੱਕ ਦੂਜੇ ਨਾਲ ਸਾਰੇ ਲੜਦੇ ਪਏ ਆ ਕਿਉਂਕਿ ਅੰਦਰ ਹਨੇਰਾ ਹੈ। ਟੋਹਦੇ ਪਏ ਆ ਕੋਈ ਦਰਵਾਜ਼ਾ ਲੱਭ ਜਾਏ ਮੈਨੂੰ ਸੁੱਖ ਮਿਲ ਜੇ ਕਿਉਂਕਿ ਅੰਦਰ ਹਨੇਰਾ ਹੈ। ਸਾਧ ਸੰਗਤ ਜੀ ਆਪਣੇ ਜੀਵਨ ਦਾ ਕੋਈ ਰਾਹ ਨਹੀਂ ਲੱਭਦਾ ਕਿਉਂਕਿ ਅੰਦਰ ਹਨੇਰਾ ਹੈ। ਤੇ ਜਿੱਦਣ ਗੁਰੂ ਕੇ ਪਿਆਰਿਓ ਹਨੇਰਾ ਦੂਰ ਹੋ ਗਿਆ, ਅੰਦਰ ਦੀਵਾ ਗਿਆਨ ਦਾ, ਆਤਮ ਗਿਆਨ ਦਾ ਦੀਵਾ ਜਗ ਪਿਆ, ਉਦਣ ਨਾ ਕੋਈ ਦੁੱਖ ਰਹਿਣਾ, ਨਾ ਕੋਈ ਤਕਲੀਫ ਰਹਿਣੀ, ਨਾ ਕੋਈ ਦੁਸ਼ਮਣ ਰਹਿਣਾ, ਨਾ ਕੋਈ ਵੈਰੀ ਰਹਿਣਾ। ਦਾਸ ਇਵੇਂ ਅਰਜ਼ ਕਰਦਾ ਹੁੰਦਾ, ਮੰਨ ਲਓ ਤੁਸੀਂ ਗਏ ਹੋ ਕਿਸੇ ਇਤਿਹਾਸਕ ਗੁਰ ਅਸਥਾਨ ਦੇ ਉੱਤੇ ਦਰਸ਼ਨ ਕਰਨ, ਉੱਤੇ ਤੁਸੀਂ ਗੱਡੀ ਡੱਕ ਦਿੱਤੀ ਤੇ ਗੱਡੀ ਤੋਂ ਨਿਕਲੇ ਬਾਹਰ, ਸਾਹਮਣੇ ਇੱਕ ਬੰਦਾ ਖਲੋਤਾ ਹੈ, ਹੱਥ ਵਿੱਚ ਉਹਦੇ ਪਕੜਿਆ ਹੋਇਆ ਵੱਡਾ ਸਾਰਾ ਇੱਕ ਪੱਥਰ, ਤੇ ਨਾਲੇ ਤਾਂ ਸਾਡੇ ਵੱਲ ਉੱਲਰ ਕੇ ਗਾਲਾਂ ਕੱਢਣ ਲੱਗ ਪਿਆ ਤੇ ਨਾਲੇ ਪੱਥਰ ਵਿਖਾਈ ਜਾਏ। ਕੀ ਹੋਏਗਾ? ਗੁੱਸਾ ਆਏਗਾ ਨਾ ਸਾਨੂੰ ਵੀ ਮੈਂ ਤੇਰਾ ਕੀ ਗਵਾਇਆ ਹੈ, ਨਾਲੇ ਤੂੰ ਮੈਨੂੰ ਗਾਲਾਂ ਕੱਢਦਾ ਹੈ, ਨਾਲੇ ਮੈਨੂੰ ਪੱਥਰ ਵਿਖਾਉਣਾ ਹੈ, ਮੈਂ ਭਾਈ ਤੇਰਾ ਕੀ ਗਵਾਇਆ ਹੈ। ਤੇ ਜੇ ਗੱਡੀ ਵਿੱਚ ਕੋਈ ਡਾਂਗ ਸੋਟਾ ਕੋਈ ਬੇਸਬਾਲ ਰੱਖਿਆ ਹੋਏਗਾ ਤੇ ਫਿਰ ਕੱਢਾਂਗੇ ਕਿ ਨਹੀਂ? ਜ਼ਰੂਰ ਕੱਢਾਂਗੇ। ਇੱਧਰ ਸਰਦਾਰ ਜੀ ਬੇਸਬਾਲ ਕੱਢਣ ਲੱਗੇ ਤੇ ਉਧਰੋਂ ਇੱਕ ਗੁਰਮੁਖ ਨੇ ਆ ਕੇ ਕਿਹਾ, ਸਰਦਾਰ ਜੀ ਇਹਦਾ ਗੁੱਸਾ ਨਾ ਕਰਿਓ। ਕਿਉਂ? ਕਹਿੰਦੇ ਇਹ ਵਿਚਾਰਾ ਦਿਮਾਗੀ ਤੌਰ ਤੇ ਠੀਕ ਨਹੀਂ ਹੈ, ਇਹ ਹੈ ਕਮਲਾ, ਇਹ ਹਰ ਇੱਕ ਨੂੰ ਗਾਲਾਂ ਕੱਢਦਾ ਰਹਿੰਦਾ ਹੈ, ਕਹਿੰਦਾ ਕਿਸੇ ਨੂੰ, ਕਰਦਾ ਕੁਛ ਨਹੀਂ ਹੈ, ਗਾਲਾਂ ਹੀ ਕੱਢਦਾ ਹੈ। ਸਿਆਲ ਦੀ ਰੁੱਤ ਹੈ, ਵਿਚਾਰਾ ਠੰਡ ਵਿੱਚ ਇੱਥੇ ਠਰਦਾ ਰਹਿੰਦਾ ਹੈ। ਉਸੇ ਸਰਦਾਰ ਨੇ ਬੇਸਬਾਲ ਰੱਖ ਦਿੱਤਾ ਅੰਦਰ, ਅੰਦਰੋਂ ਕੱਢੀ ਆਪਣੀ ਲੋਈ ਤੇ ਉਸ ਕਮਲੇ ਤੇ ਦੇ ਕੇ ਕਹਿੰਦਾ ਆ ਲੈ ਫੜ, ਠੰਡ ਦੇ ਵਿੱਚ ਠਰਦਾ ਪਿਆ, ਆ ਲੋਈ ਲੈ ਲੈ। ਕਿਸੇ ਨੇ ਪੁੱਛ ਲਿਆ ਵੀ 2 ਮਿੰਟ ਪਹਿਲਾਂ ਤੇ ਤੈਨੂੰ ਇਹਦੇ ਤੇ ਗੁੱਸਾ ਚੜਿਆ ਸੀ, ਇਹਦਾ ਸਿਰ ਲੱਗਾ ਸਾਂ ਪਾੜਨ, ਹੁਣ ਬੜੀ ਲੋਈ ਦਿੰਨਾ ਹੈ। ਉਹ ਕਹਿੰਦਾ ਹੈ ਉਦੋਂ ਮੈਨੂੰ ਇਹਦੇ ਬਾਰੇ ਪਤਾ ਨਹੀਂ ਸੀ ਵੀ ਇਹ ਵਿਚਾਰਾ ਦਿਮਾਗੀ ਤੌਰ ਤੇ ਬਿਮਾਰ ਹੈ। ਜਦੋਂ ਮੈਨੂੰ ਪਤਾ ਲੱਗਾ ਇਹ ਬਿਮਾਰ ਹੈ, ਮਤਲਬ ਇਹਦੇ ਵੱਸ ਦੀ ਗੱਲ ਨਹੀਂ, ਇਹ ਜਿਹੜਾ ਮੈਨੂੰ ਗਾਲਾਂ ਕੱਢਦਾ ਕਸੂਰ ਕੋਈ ਨਹੀਂ, ਪੱਥਰ ਵਿਖਾਉਂਦਾ ਇਹਦਾ ਕਸੂਰ ਕੋਈ ਨਹੀਂ। ਕਹਿਣ ਲੱਗੇ ਬਸ ਇੰਨੀ ਗੱਲ ਹੈ। ਜਿੱਦਣ ਪਤਾ ਲੱਗ ਗਿਆ ਨਾ ਵੀ ਦੁਨੀਆਦਾਰੀ ਦੇ ਵਿੱਚ ਜਿਹੜੇ ਮੇਰੇ ਨਾਲ ਮਾੜਾ ਕਰਦੇ ਨੇ ਇਹਨਾਂ ਦਾ ਕਸੂਰ ਕੋਈ ਨਹੀਂ, ਇਹ ਵੀ ਵਿਚਾਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਮਾਰੇ ਹੋਏ। ਉਹ ਹੈ ਬ੍ਰਹਮ ਗਿਆਨੀ ਗੁਰਮੁਖ। ਉਹਨੂੰ ਕਹਿੰਦੇ ਬਾਬਾ ਜੀ ਤੁਹਾਡੇ ਬਾਰੇ ਫਲਾਨਾ ਇਦਾਂ ਕਹਿੰਦਾ। ਉਹ ਕਹਿੰਦੇ ਕੋਈ ਗੱਲ ਨਹੀਂ, ਉਹਦਾ ਕਸੂਰ ਨਹੀਂ, ਉਹਦਾ ਵਸ ਨਹੀਂ, ਇਹ ਵੀ ਉਹਦੇ ਕੋਲੋਂ ਵਾਹਿਗੁਰੂ ਹੀ ਕਰਵਾਉਂਦਾ ਹੈ। ਇਹ ਅਵਸਥਾ ਉਹਨੂੰ ਪ੍ਰਾਪਤ ਹੁੰਦੀ ਹੈ ਜਿਹਨੇ ਆਪਣਾ ਆਪਾ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪੂਰੀ ਤਰ੍ਹਾਂ ਦੇ ਦਿੱਤਾ, ਜਿਹਦੀ ਅਨਾ ਮਰ ਗਈ, ਜਿਹਦੀ ਹਉਮੈ ਮਰ ਗਈ। ਇਸ ਲਈ ਹਜੂਰ ਕਹਿੰਦੇ ਨੇ ਭਾਈ ਬਲਿਆ ਘੱਟ ਚਾਨਣ ਤੇਰੇ ਅੰਦਰ ਚਾਨਣ ਦੀਵਾ ਬਲ ਪਿਆ, ਅਗਿਆਨ ਅੰਧੇਰਾ ਜਾਏ, ਆਤਮ ਗਿਆਨ ਹੋ ਗਿਆ, ਅਗਿਆਨਤਾ ਚਲੀ ਗਈ। ਹੁਣ ਦੁੱਖ ਨਾਹੀ ਸਭ ਸੁਖ ਹੀ ਹੈ ਰੇ, ਹਾਰ ਨਹੀਂ ਸਭ ਜੇਤੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਏਕੋ ਏਕੇ ਨੇਤੈ। ਐਸੀ ਅਵਸਥਾ ਬਣ ਗਈ। ਹਜੂਰ ਨੇ ਆਖਿਆ ਹਰ ਜਨ ਨਾਚੋ ਹਰ ਹਰ ਧਿਆਏ। ਨਾਚੋ ਦਾ ਅਰਥ ਇੱਥੇ ਸਾਧ ਸੰਗਤ ਜੀ ਚਾਅ ਨਾਲ ਉਛਲ ਪੈਣਾ। ਨੱਚਣ ਦਾ ਮਤਲਬ ਇੱਥੇ ਬਾਹਰ ਵਾਲਾ ਨਹੀਂ ਹੈ, ਤਾਂ ਸਾਡੀ ਮੂਰਖਤਾ ਹੈ, ਅਧੂਰੀ ਤੁਕ ਲੈ ਲੈਂਦੇ ਆ। ਆਖੇ ਬਾਬਾ ਜੀ ਨੇ ਵੀ ਕਿਹਾ ਨੱਚਣ ਕੁੱਦਣ ਮਨ ਕਾ ਚਾਓ। ਉਹ ਭਾਈ ਸਾਰਾ ਸ਼ਲੋਕ ਤਾਂ ਪੜ੍ਹ ਲਓ, ਸਾਰਾ ਸ਼ਲੋਕ ਪੜ੍ਹੋ। ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਵੇਰਨ ਸਿਰ। ਕੀ ਰੰਗ ਬੰਨਿਆ ਮਹਾਰਾਜ ਜੀ ਨੇ, ਕੀ ਰੰਗ ਬਣ ਰਹੇ ਨੇ। ਉਡ ਉਡ ਰਾਵਾ ਝਾਟੈ ਪਾਏ, ਵੇਖੈ ਲੋਕ ਹੱਸੈ ਘਰ ਜਾਏ, ਰੋਟੀਆਂ ਕਾਰਨ ਪੂਰਾ ਤਾਲ ਆਪ ਪਛਾੜੈ ਧਰਤੀ ਨਾਲ। ਤੇ ਸਾਰਾ ਨਕਸ਼ਾ ਬਣ ਕੇ ਕਹਿੰਦੇ ਨੇ ਨੱਚਣ ਕੁੱਦਣ ਭਗਤੀ ਨਹੀਂ ਹੈ, ਨੱਚਿਆ ਟੱਪਿਆ ਭਗਤ ਨਾ ਹੋਈ।
ਇਹ ਨੱਚਣ ਟੱਪਣ ਦਾ ਮਤਲਬ ਇਹ ਤੇ ਕੇਵਲ ਇਹ ਹੈ ਨੱਚਣ ਕੁੱਦਣ ਮਨ ਕਾ ਚਾਓ। ਇਹ ਮਨ ਦੀਆਂ ਸ਼ੈਤਾਨੀਆਂ ਨੇ, ਮਨ ਦੀ ਖਰਮਸਤੀ ਹੈ। ਉਹ ਤੇ ਚਾਓ ਦਾ ਮਤਲਬ ਹੈ ਖਰਮਸਤੀ। ਉਹਦੇ ਚਾਓ ਦਾ ਮਤਲਬ ਕੋਈ ਪੋਜੀਟਿਵ ਨਹੀਂ ਹੈ, ਉਹ ਤੇ ਚਾਓ ਦਾ ਮਤਲਬ ਨੈਗੇਟਿਵ ਹੈ, ਖਰਮਸਤੀ। ਇਸ ਕਰਕੇ ਖਾਲਸਾ ਜੀ ਉਹ ਨੱਚਣ ਕੁੱਦਣ ਕੁਝ ਹੋਰ ਹੈ। ਤੇ ਇੱਥੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਹਰ ਜਨ ਨੱਚ ਉਠਿਆ, ਅੰਦਰ ਕਰਕੇ ਮਨ ਕਰਕੇ ਨੱਚ ਉਠਿਆ, ਹਰ ਹਰ ਗਾਏ। ਉਹ ਵਾਹਿਗੁਰੂ ਨੂੰ ਧਿਆ ਕੇ ਹਰ ਹਰ ਧਿਆਏ। ਹਜੂਰ ਕਹਿੰਦੇ ਐਸੇ ਸੰਤ ਮਿਲਹਿ ਮੇਰੇ ਭਾਈ, ਹਮ ਜਨ ਕੇ ਧੋਵਹਿ ਪਾਏ। ਕੋਈ ਐਸਾ ਸਾਧੂ ਮਿਲ ਪਵੇ ਮੈਂ ਉਹਦੇ ਚਰਨ ਧੋਵਾਂ। ਤੇ ਚਰਨ ਧੋ ਕੇ ਕੀ ਮੰਗਾ? 6 ਬੈਂਡ, ਅਮਰੀਕਾ ਦਾ ਵੀਜ਼ਾ, ਕਾਰ? ਨਹੀਂ ਨਹੀਂ। ਉਹਨੂੰ ਆਖਾਂ ਕੋਈ ਜਨ ਹਰ ਸਿਉਂ ਦੇ ਵੈ ਜੋਰ, ਚਰਨ ਗਹੋਂ ਬਕੋਂ ਸੁਭ ਰਸਨਾ ਦੀਜੈ ਪ੍ਰਾਨ ਅਕੋਰ। ਉਹਨੂੰ ਆਖਾਂ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ, ਸੋ ਭਾਈ ਸੋ ਮੇਰਾ ਵੀਰ। ਉਹਨੂੰ ਤਰਲੇ ਲੈ ਕੇ ਕਵਾਂ ਪਿਆਰਿਆ, ਰੱਬ ਦੇ ਘਰ ਦਾ ਰਾਹ ਜਾਣਨ ਵਾਲਿਆ, ਮੈਂ ਰੋਜ਼ ਠੇਡੇ ਖਾਨਾ, ਰੋਜ਼ ਚੋਟਾਂ ਖਾਨਾ, ਕਿਰਪਾ ਕਰਕੇ ਮੈਨੂੰ ਵੀ ਰਾਹ ਦੱਸ। ਉਹਨਾਂ ਦੇ ਚਰਨ ਧੋਵਾਂ। ਰਹਾਓ ਇਹ ਕੇਂਦਰੀ ਭਾਵ ਵਿਸਰਾਮ ਵਾਲੇ ਬਚਨ ਬਖਸ਼ ਕੇ ਹਜ਼ੂਰ ਨੇ ਫਰਮਾਇਆ ਹਰ ਹਰ ਨਾਮ ਜਪੋ ਮਨ ਮੇਰੇ, ਅਨ ਦਿਨ ਹਰ ਲਿਵ ਲਾਏ। ਹੇ ਮੇਰਿਆ ਮਨਾ, ਸਾਧੂਆਂ ਦੀ ਸੰਗਤ ਵਿੱਚ ਜੁੜ ਕੇ ਹਰ ਵੇਲੇ ਸਦਾ ਨਾਮ ਜਪਿਆ ਕਰ। ਹਰੀ ਪਰਮੇਸ਼ਰ ਦੇ ਨਾਮ ਨੂੰ ਜੀਭਾ ਕਰਕੇ ਜਪਣਾ ਸ਼ੁਰੂ ਕਰਨਾ। ਹੌਲੀ ਹੌਲੀ ਇਹ ਜੀਭਾ ਬੰਦ ਹੋ ਜੇ ਤੇ ਕੰਠ ਵਿੱਚ ਚੱਲੇ, ਆਦਤ ਬਣ ਜਾਏ, ਆਦਤ ਤੋਂ ਸੁਭਾਅ ਬਣ ਜਾਏ, ਸੁਭਾਅ ਤੋਂ ਅੱਗੇ ਅਜੱਪਾ ਜਾਪ ਬਣ ਜਾਏ, ਤੇ ਅਜੱਪਾ ਜਾਪ ਤੋਂ ਫਿਰ ਸੁਰਤ ਵਿੱਚ ਜਾ ਕੇ ਉਡਾਰੀ ਲੱਗ ਜਾਏ। ਅਸੀਂ ਖਲੋ ਜਾਂਦੇ ਹਾਂ, ਗੱਡੀ ਦੀ ਸੈਲਫ ਮਾਰੀ, ਚਾਬੀ ਘੁਮਾਈ, ਕਹਿੰਦੇ ਅੰਮ੍ਰਿਤਸਰ ਪਹੁੰਚੇ ਨਹੀਂ। ਭਾਈ ਹੋਣੇ ਨੂੰ ਗੇਰ ਪਾ ਕੇ ਤੋਰਨਾ ਵੀ ਪੈਣਾ। ਰਾਹ ਦੇ ਵਿੱਚ ਕਈ ਥਾਈਂ ਟੋਏ ਟਿੱਬੇ ਆਉਣਗੇ, ਉਹ ਤੋਂ ਬਚਾਉਣਾ ਵੀ ਪੈਣਾ ਹੈ। ਕਈ ਥਾਈਂ ਖਤਰੇ ਆਉਣਗੇ, ਉਹਨਾਂ ਨੂੰ ਲੰਘਦਿਆਂ ਲੰਘਾਉਂਦਿਆਂ ਪਹੁੰਚਣਾ ਹੈ। ਤੇ ਅਸੀਂ ਜੀਭਾ ਨਾਲ ਜਪ ਕੇ ਸਮਝਦੇ ਹਾਂ ਕਿ ਇਹਦੇ ਨਾਲ ਹੀ ਪਾਰ ਹੁੰਦਾ। ਪਹਿਲਾਂ ਜੀਭਾ ਜਪੇਗੀ, ਹੌਲੀ ਹੌਲੀ ਅਜੱਪਾ ਜਾਪ, ਹੌਲੀ ਹੌਲੀ ਸੁਰਤ ਦਾ ਸਿਮਰਨ ਬਣੇ। ਸਤਿਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਫਰਮਾਇਆ, ਹੇ ਗੁਰੂ ਕੇ ਪਿਆਰਿਓ, ਅੰਨ ਦਿਨ ਰਾਤ ਦਿਨ ਲਿਵ ਲਾ ਲਓ, ਤੁਹਾਡੀ ਲਿਵ ਜੁੜ ਜਾਏ ਸਾਧੂ ਦੀ ਸੰਗਤ ਦੇ ਵਿੱਚ ਬਹਿ ਕੇ। ਜੋ ਇੱਛੋ ਸੋਈ ਫਲ ਪਾਵਹੋ, ਫਿਰ ਭੂਖ ਨਾ ਲਾਗੈ ਆਏ। ਜੋ ਇੱਛਿਆ, ਜੋ ਮਨ ਵਿੱਚ ਫੁਰਨਾ ਆਇਆ, ਉਹੀ ਕੁਝ ਪ੍ਰਾਪਤ ਹੋ ਗਿਆ। ਸਾਧ ਸੰਗਤ, ਜੇ ਕਿਸੇ ਨੂੰ ਪੁੱਛੀਏ ਅੱਜ ਤੋਂ 5 ਸਾਲ ਪਹਿਲਾਂ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਤੈਨੂੰ ਪੁੱਛਦੇ ਵੀ ਤੈਨੂੰ ਕੀ ਚਾਹੀਦਾ ਹੈ ਤੇ ਤੂੰ ਕੀ ਮੰਗ ਦੋ, ਉਦੋਂ ਕੁਝ ਹੋਰ ਮੰਗਣਾ ਸੀ। ਤੇ ਜੇ ਅੱਜ ਪੁੱਛਣ, ਅੱਜ ਕੁਝ ਹੋਰ ਮੰਗਾਂਗੇ। ਹੋਰ 10 ਸਾਲਾਂ ਨੂੰ ਜੇ ਪੁੱਛਣ ਤੇ ਕੁਝ ਹੋਰ ਮੰਗਾਂਗੇ। ਇਹ ਮੰਗਾਂ ਬਦਲਦੀਆਂ ਨੇ। ਤੇ ਜਦੋਂ ਇਸ ਅਵਸਥਾ ਤੇ ਆ ਗਏ ਨਾ, ਅੰਦਰ ਦੀਵਾ ਬਲ ਪਿਆ। ਖਾਲਸਾ ਜੀ ਧੰਨ ਗੁਰੂ ਰਾਮਦਾਸ ਜੀ ਦੇ ਪਿਆਰੇ ਬਚਨ ਨੇ। ਉਹ ਮੰਗ ਪਤਾ ਕਿਹੜੀ ਰਹਿ ਜਾਂਦੀ ਹੈ? ਕਹਿਣ ਲੱਗੇ ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ, ਜਿਤ ਖਾਇਐ ਹਮ ਕੋ ਤ੍ਰਿਪਤ ਭਈ। ਹਰ ਨਾਮ ਹਮਾਰਾ ਪਹਿਨਣ, ਜਿਤ ਫਿਰ ਨੰਗੇ ਨਾ ਹੋਵਹਿ, ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਹਰ ਨਾਮ ਹਮਾਰਾ ਵਖਰ, ਹਰ ਨਾਮ ਵਾਪਾਰ, ਹਰ ਨਾਮੇ ਕੀ ਹਮਕੋ ਸਤਿਗੁਰ ਕਾਰ ਕੁੰਨੀ ਦਈ। ਹਰ ਨਾਮੇ ਕਾ ਹਮ ਲੇਖਾ ਲਿਖਿਆ, ਸਭ ਜਮ ਕੀ ਅਗਲੀ ਕਾਣ ਗਈ। ਕੀ ਮੰਗ ਹੈ? ਕੇਵਲ ਨਾਮ, ਕੋਈ ਮੰਗ ਨਹੀਂ। ਨਾਮ ਹੀ ਭੋਜਨ ਹੈ, ਨਾਮ ਹੀ ਪਹਿਨਣ ਹੈ, ਨਾਮ ਹੀ ਕਾਰੋਬਾਰ ਹੈ, ਨਾਮ ਹੀ ਮੇਰਾ ਪਰਿਵਾਰ ਹੈ। ਮਾਲਕ ਜੀ ਨਾਮ ਦੀ ਦਾਤ ਦੇ ਦਿਓ। ਤੇ ਦੁਨੀਆਦਾਰੀ ਕਹਿਣ ਲੱਗੇ ਜੀ ਪਰਮੇਸ਼ਰ ਜੀ ਜੋ ਤੁਹਾਨੂੰ ਭਾਵੇ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਬ੍ਰਹਮ ਗਿਆਨੀਆਂ, ਆਤਮ ਗਿਆਨੀਆਂ ਦੀ ਅਵਸਥਾ ਹੈ। ਸਤਿਗੁਰਾਂ ਨੇ ਕਿਰਪਾ ਕਰਕੇ ਫਰਮਾਇਆ ਹੈ ਕਿ ਆਪੇ ਹਰ ਅਪਰੰਪਰ ਕਰਤਾ, ਹਰ ਆਪੇ ਬੋਲ ਬੁਲਾਏ। ਅਪਰੰਪਰ ਹੈ ਵਾਹਿਗੁਰੂ, ਜਿਹਦਾ ਪਾਰਾਵਾਰ ਕੋਈ ਨਹੀਂ।
ਤੇ ਸੱਚੀ ਗੱਲ ਇਹ ਹੈ ਵੀ ਆਤਮ ਗਿਆਨੀ ਦੀ ਇਹ ਅਵਸਥਾ ਜੇ, ਮੇਰੀ ਤੁਹਾਡੀ ਇਹ ਅਵਸਥਾ ਹੀ ਨਹੀਂ। ਇੱਕ ਬੱਚਾ ਪਹਿਲੀ ਜਮਾਤ ਵਿੱਚ ਪੜ੍ਹਦਾ, ਉਹਦੀ ਵੱਡੀ ਭੈਣ ਪੜ੍ਹਦੀ ਹੈ 8ਵੀਂ ਜਮਾਤ ਵਿੱਚ। ਉਹਨੇ ਆਪਣੀ ਭੈਣ ਨੂੰ ਪੜ੍ਹਦਿਆਂ ਵੇਖਿਆ ਤੇ ਭੈਣ ਕੀ ਪੜ੍ਹ ਰਹੀ ਹੈ, A+B, ਤੇ ਉਹ ਹੈਰਾਨ ਹੋ ਕੇ ਕਹਿੰਦਾ, ਪਹਿਲੀ ਦੂਜੀ ਤੀਜੀ 'ਚ ਪੜ੍ਹਨ ਵਾਲਾ ਬੱਚਾ, ਉਹ ਕਹਿੰਦਾ ਵੀ ਭੈਣ ਮੇਰੀ ਗਲਤ ਲਿਖੀ ਜਾਂਦੀ ਹੈ, ਕਿਉਂ? ਉਹ ਕਹਿੰਦਾ ਵੀ A ਫॉर ਐਪਲ ਹੀ ਹੁੰਦਾ ਤੇ B ਫॉर ਬਾਲ ਹੁੰਦੀ ਹੈ, A ਤੇ B ਪਲੱਸ ਨਹੀਂ ਹੁੰਦੇ, +1 ਤੇ 2 ਹੁੰਦੇ ਨੇ। ਉਹ ਹੱਸ ਕੇ ਕਹਿੰਦੀ, ਅਜੇ ਨਹੀਂ ਤੈਨੂੰ ਪਤਾ ਲੱਗਣਾ, ਜਦੋਂ ਤੂੰ 8ਵੀਂ 'ਚ ਹੋ ਜਾਏਗਾ ਨਾ, ਤੈਨੂੰ ਅਲਜਬਰਾ ਲੱਗੇਗਾ, ਫਿਰ ਤੈਨੂੰ ਪਤਾ ਲੱਗ ਜਾਣਾ ਵੀ A ਤੇ B ਵੀ ਪਲੱਸ ਹੋ ਜਾਂਦੇ। ਅਸੀਂ ਕਹਿੰਦੇ ਹਾਂ ਅੱਛਾ, ਜੇ ਸਾਰਾ ਕੁਝ ਰੱਬ ਕਰਵਾਉਂਦਾ ਤੇ ਚੋਰ ਕੋਲੋਂ ਚੋਰੀ ਵੀ ਰੱਬ ਕਰਾਉਂਦਾ, ਕਾਤਲ ਕੋਲੋਂ ਕਤਲ ਵੀ ਰੱਬ ਕਰਾਉ। ਇਹ ਸਵਾਲ ਹੈ PhD ਦਾ, ਤੇ ਆਪਾਂ ਵਾਂ ਕੱਚੀ ਪਹਿਲੀ ਵਾਲੇ, ਤੇ PhD ਦੇ ਸਵਾਲ ਨੂੰ ਆਪਾਂ ਫੜ ਕੇ ਬਹਿ ਗਏ, ਸਾਡੇ ਕੋਲੋਂ ਹੱਲ ਨਹੀਂ ਹੋਣਾ। ਇਹ ਬ੍ਰਹਮ ਗਿਆਨੀ ਦੀ ਅਵਸਥਾ ਦਾ ਸਵਾਲ ਹੈ। ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਕੇ ਕਹਿੰਦੇ ਨੇ ਵੀ ਪਿਆਰਿਆ, ਜਿਹੜਾ ਗਾਲਾਂ ਕੱਢਦਾ ਉਹਦੇ ਕੋਲੋਂ ਗਾਲਾਂ ਵੀ ਵਾਹਿਗੁਰੂ ਹੀ ਕਢਾਈ ਜਾਂਦਾ, ਜਿਹੜਾ ਨਿੰਦਾ ਕਰਦਾ ਉਹ ਕੋਲੋਂ ਨਿੰਦਾ ਵੀ ਵਾਹਿਗੁਰੂ ਹੀ ਕਰਵਾਉਂਦਾ ਹੈ, ਤੇ ਜਿਹੜਾ ਨਾਮ ਜਪਦਾ ਉਹ ਕਵੇ ਮੈਂ ਜਪਦਾ ਨਹੀਂ, ਉਹਦੇ ਕੋਲੋਂ ਨਾਮ ਵੀ ਵਾਹਿਗੁਰੂ ਹੀ ਜਪਾਉਂਦਾ। ਭਾਂਡੇ ਇੱਕੋ ਹੱਥ ਦੇ ਬਣੇ, ਕੋਈ ਤਾਂ ਅੱਗ ਤੇ ਚੜਿਆ ਰਹਿੰਦਾ ਤੇ ਕਿਸੇ ਦੇ ਵਿੱਚ ਮਲਾਈ, ਉਹਦੇ ਵਿੱਚ ਮੱਖਣ। ਖਾਲਸਾ ਜੀ ਇਹ ਉਹਦਾ ਹੁਕਮ, ਸਾਡਾ ਕੋਈ ਜ਼ੋਰ ਨਹੀਂ ਹੈ। ਮੇਰੇ ਦਾਤੇ ਨੇ ਆਖਿਆ ਹੈ, ਸੇਈ ਸੰਤ ਭਲੇ ਤੁਧ ਭਾਵਹਿ, ਜਿਨ ਕੀ ਪਤ ਪਾਵਹਿ ਥਾਏ। ਪਰ ਮਾਲਕ ਦੇ ਦਰ ਤੇ ਉਹ ਭਗਤ ਨੇ, ਉਹ ਪ੍ਰਵਾਨ ਨੇ, ਜਿਨ੍ਹਾਂ ਦੀ ਪਤ ਥਾਂ ਪੈ ਗਈ। ਪਤ ਪਰਵਾਣਾ ਪਿੱਛੇ ਪਾਈਐ, ਤਾਂ ਨਾਨਕ ਤੋਲਿਆ ਜਾਪੈ। ਉਹਦੇ ਘਰ ਧਨ ਨਹੀਂ ਤੋਲਿਆ ਜਾਣਾ, ਉਹਦੇ ਘਰ ਅਹੁਦਾ ਨਹੀਂ ਤੋਲਿਆ ਜਾਣਾ, ਉਹਦੇ ਘਰ ਤੋਲਿਆ ਜਾਣਾ ਹੈ ਵੀ ਇਹਦੇ ਅੰਦਰ ਅਵਗੁਣ ਕਿੰਨੇ ਦੂਰ ਹੋਏ ਤੇ ਗੁਣ ਕਿੰਨੇ ਗ੍ਰਹਿਣ ਹੋਏ, ਨਾਮ ਕਿੰਨਾ ਜਪਿਆ, ਸੁਰਤ ਕਿੱਥੇ ਚੜੀ। ਹਜੂਰ ਨੇ ਆਖਿਆ, ਨਾਨਕ ਆਖ ਨਾ ਰਾਜੈ ਹਰ ਗੁਣ, ਜਿਉਂ ਆਖੈ ਤਿਉਂ ਸੁਖ ਪਾਏ। ਪਾਤਸ਼ਾਹ ਜੀ ਨੇ ਆਖਿਆ, ਆਪਣੇ ਆਪ ਨੂੰ ਕਹਿੰਦੇ ਨੇ ਨਾਨਕ ਨਾਮ ਦੀ ਮੋਹਰ ਲਾ ਕੇ, ਕਿ ਮੈਂ ਵਾਹਿਗੁਰੂ ਦੇ ਗੁਣ ਗਾਉਂਦਿਆਂ ਰੱਜਦਾ ਨਹੀਂ, ਜਿਵੇਂ ਜਿਵੇਂ ਗੁਣ ਗਾਵਾਂ ਤਿਵੇਂ ਤਿਵੇਂ ਸੁੱਖ ਪਾਉਂਦਾ ਹਾਂ। ਰੱਜਣ ਦਾ ਮਤਲਬ ਇਉਂ ਸਮਝ ਲਓ ਵੀ ਜਿਵੇਂ ਤੁਸੀਂ ਆਪਣੇ ਘਰਾਂ ਵਿੱਚ ਨਹੀਂ ਮਾਈਆਂ ਬੱਚਿਆਂ ਬਾਰੇ ਕਹਿ ਦਿੰਦੀਆਂ ਵੀ ਇਹ ਗੇਮਾਂ ਖੇਡ ਖੇਡ ਮੋਬਾਈਲ ਤੇ ਰੱਜਦਾ ਹੀ ਨਹੀਂ, ਕਹਿੰਦੇ ਆ ਨਾ ਆਪਾਂ, ਉਹਦਾ ਮਤਲਬ ਇਹ ਹੈ ਕਿ ਇਹਦੀ ਰੁਚੀ ਖਤਮ ਨਹੀਂ ਹੁੰਦੀ। ਰੱਜਣ ਦਾ ਮਤਲਬ ਹੈ ਰੁਚੀ ਖਤਮ ਹੋ ਜਾਣੀ। ਪ੍ਰਸ਼ਾਦੇ 2-3 ਛਕ ਲੈ, ਹੁਣ ਭੋਜਨ 'ਚ ਰੁਚੀ ਖਤਮ ਹੋ ਗਈ। ਹੁਣ ਕੋਈ ਲਿਆ ਕੇ ਕਵੇ ਭਾਈ ਸਾਹਿਬ ਤੁਸੀਂ ਪਹਿਲਾਂ ਦਾਲ ਨਾਲ ਛਕੇ ਸੀ, ਆਹ ਲਓ ਸ਼ਾਹੀ ਪਨੀਰ, ਕਹਿਣਾ ਜੀ ਹੁਣ ਨਹੀਂ ਖਾਣਾ। ਇਹ ਤੁਹਾਡਾ ਫੇਵਰਟ, ਕਹਿੰਦੇ ਨਾ ਰੁਚੀ ਮਰ ਗਈ, ਪੇਟ ਭਰ ਲਿਆ, ਹਾਂ ਤਕਾਲਾਂ ਨੂੰ ਜਾਂ ਕੱਲ ਸਵੇਰ ਨੂੰ ਹੁਣ ਫੇਰ ਛਕ ਲਵਾਂਗੇ। ਇਸੇ ਤਰ੍ਹਾਂ ਜਦੋਂ ਕਿਸੇ ਕੰਮ ਨੂੰ ਕਰ ਕਰਕੇ ਸਾਡੀ ਰੁਚੀ ਮਰ ਜਾਂਦੀ ਹੈ, ਆਪਾਂ ਕਹਿੰਦੇ ਮੈਂ ਰੱਜ ਗਿਆ ਜੀ, ਹੁਣ ਇਹ ਕੰਮ ਨਹੀਂ ਕਰਨਾ ਕਿਉਂਕਿ ਮੈਂ ਰੱਜ ਗਿਆ, ਮੇਰੀ ਰੁਚੀ ਮਰ ਗਈ। ਹਜੂਰ ਕਹਿੰਦੇ ਨੇ ਨਾਮ ਐਸੀ ਦਾਤ ਹੈ ਕਿ ਜਿੰਨਾ ਜਪੀਏ ਉਹਨਾਂ ਸੁੱਖ ਮਿਲਦਾ ਹੈ। ਨਾਮ ਜਪ ਜਪ ਕੇ ਕਦੇ ਰੁਚੀ ਮੁੱਕਦੀ ਨਹੀਂ, ਅੰਦਰ ਦੀ ਰੁਚੀ, ਅੰਦਰ ਦਾ ਇੰਟਰਸਟ ਉਸੇ ਤਰ੍ਹਾਂ ਬਣਿਆ ਹੀ ਰਹਿੰਦਾ ਹੈ। ਭਗਤ ਭੰਡਾਰ ਦੀਏ ਹਰ ਆਪਣੇ, ਗੁਣ ਗਾਹਕ ਵਣਜ ਲੈ ਜਾਏ। ਵਾਹਿਗੁਰੂ ਨੇ ਆਪਣੇ ਪਿਆਰਿਆਂ ਨੂੰ, ਇਹਦਾ ਮਤਲਬ ਇਹ ਨਹੀਂ ਹੈ ਭਈ ਉਹ ਪੱਖਪਾਤੀ ਹੈ ਵੀ ਆਪਣੇ ਪਿਆਰਿਆਂ ਨੂੰ ਦੇ ਦਿੰਦਾ ਦੂਜਿਆਂ ਨੂੰ ਨਹੀਂ ਦਿੰਦਾ। ਇਹਦਾ ਅਸਲ ਭਾਵ ਇਹ ਹੈ ਕਿ ਜਿਨ੍ਹਾਂ ਨੂੰ ਉਹ ਦਿੰਦਾ ਹੈ ਨਾ, ਉਹਨਾਂ ਨੂੰ ਆਪਣੇ ਪਿਆਰੇ ਬਣਾ ਲੈਂਦਾ ਹੈ। ਜਿਨ੍ਹਾਂ ਨੂੰ ਦਿੰਦਾ ਹੈ ਉਹਨਾਂ ਨੂੰ ਪਿਆਰੇ ਬਣਾ ਲੈਂਦਾ ਹੈ, ਤੇ ਜਿਨ੍ਹਾਂ ਦੀ ਝੋਲੀ ਉਹ ਦਾਤ ਪੈ ਗਈ ਸਮਝ ਲਓ ਉਹਨਾਂ ਤੇ ਵਾਹਿਗੁਰੂ ਬੜਾ ਪ੍ਰਸੰਨ ਹੋਇਆ। ਤੇ ਜਿਨ੍ਹਾਂ ਦੀ ਝੋਲੀ ਦਾਤ ਨਹੀਂ ਪਈ, ਆਪਾਂ ਤਰਲਾ ਲਈਏ ਵੀ ਮਾਲਕ ਜੀ ਸਾਡੇ ਤੇ ਵੀ ਪ੍ਰਸੰਨ ਹੋਵੋ, ਸਾਡੀ ਵੀ ਝੋਲੀ ਦਾਤ ਪਵੇ। ਉਹਨਾਂ ਗੁਰਮੁਖਾਂ ਨੇ ਇਹ ਵਣਜ ਲੈ ਲਿਆ, ਇਹ ਸੌਦਾ ਲੈ ਲਿਆ। ਸੌਦਾ ਇੱਕ ਤਹੱਟ ਹੈ, ਸ਼ਾਹ ਸਤਿਗੁਰ ਪੂਰਾ ਅਵਗੁਣ ਲੈ, ਗੁਣ ਵਿਕਣੈ ਬਚਣੈ ਦਾ ਸੂਰਾ। ਇਹ ਉਹ ਹੱਟੀ ਹੈ ਜਿੱਤੇ ਅਵਗੁਣ ਸਤਿਗੁਰੂ ਮੇਟ ਦਿੰਦੇ ਨੇ ਤੇ ਗੁਣ ਸਾਡੀ ਝੋਲੀ ਪਾ ਦਿੰਦੇ ਨੇ। ਸਾਧ ਸੰਗਤ ਜੀ, ਇਸ ਪ੍ਰਕਾਰ ਸਤਿਗੁਰਾਂ ਦੇ ਇਸ ਪਿਆਰੇ ਅੰਮ੍ਰਿਤ ਬਚਨ ਦੀ ਵਿਚਾਰ ਆਪ ਸਤਿਗੁਰਾਂ ਨੇ ਮਿਹਰ ਕਰਕੇ
ਜਿੰਨਾ ਸਮਾਂ ਹੁਕਮ ਹੋਇਆ ਉਹਦੇ ਅਨੁਸਾਰ ਆਪ ਕਰਵਾ ਲਈ ਹੈ, ਕਿਉਂਕਿ ਬਹੁਤ ਕੁਝ ਅਧੂਰਾ ਰਹਿ ਗਿਆ। ਬਹੁਤ ਭੁੱਲਾਂ ਤਰੁੱਟੀਆਂ, ਸੁਭਾਵਿਕ ਸਾਡਾ ਸੁਭਾਅ ਹੀ ਹੈ ਵੀ ਭੁੱਲਾਂ ਕਰਦੇ ਹੀ ਕਰਦੇ ਆ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਸਤਿਗੁਰੂ ਜੀ ਔਰ ਗੁਰੂ ਕੀ ਸੰਗਤ ਆਪ ਸਾਰੇ ਬੜੇ ਸਨਮਾਨਯੋਗ। ਸਤਿਗੁਰੂ ਜੀ ਕਿਰਪਾ ਕਰਨ ਵਾਲੇ ਨੇ, ਭੁੱਲਾਂ ਨਾ ਚਿਤਾਰੀਆਂ ਬਖਸ਼ ਲੈਣਾ। ਮੇਰੇ ਬੜੇ ਹੀ ਪਿਆਰੇ ਅਜੀਜ਼ ਮੇਰੇ ਵੀਰ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ ਗਿਆਨੀ ਜੀ, ਜੋ ਆਪ ਜੀ ਦੇ ਇਸ ਅਸਥਾਨ ਦੇ ਸਤਿਗੁਰਾਂ ਦੇ ਮੁੱਖ ਗ੍ਰੰਥੀ ਵਜ਼ੀਰ ਨੇ। ਇਹ ਬਹੁਤ ਪਵਿੱਤਰ ਆਤਮਾ ਗੁਰੂ ਦੀ ਬਖਸ਼ਿਸ਼ ਵਾਲੇ। ਇਸੇ ਤਰ੍ਹਾਂ ਸਤਿਗੁਰੂ ਇਹਨਾਂ ਕੋਲੋਂ ਸੇਵਾ ਲੈਂਦੇ ਰਹਿਣ ਤੇ ਇਹ ਜਦੋਂ ਹੁਕਮ ਲਾ ਦਿੰਦੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਆਪ ਜੈਸੀਆਂ ਸੰਗਤਾਂ ਦੇ ਗੁਰਮੁਖਾਂ ਦੇ ਦਰਸ਼ਨ ਹੁੰਦੇ ਨੇ। ਆਓ ਅਖੀਰਲੇ ਬਚਨ ਰਸਨਾ ਦੁਆਰਾ ਸਾਂਝੇ ਕਰੀਏ, ਸਤਿਗੁਰਾਂ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਤੇ ਫਤਿਹ ਬੁਲਾਈਏ ਜੀ। ਨਾਨਕ ਆਖ ਨਾ ਰਾਜੈ ਹਰ ਗੁਣ, ਜਿਉ ਆਖੈ ਤਿਉ ਸੁਖ ਪਾਏ। ਭਗਤ ਭੰਡਾਰ ਦੀਏ ਹਰ ਆਪਣੇ, ਗੁਣ ਗਾਹਕ ਵਣਜ ਲੈ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗਿਆਨੀ ਗੁਰਪ੍ਰੀਤ ਸਿੰਘ ਜੀ, ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ